भाफ लै लो, गरारे कर लो और खाने पीने च बिल्कुल हल्का फुल्का खाना खाओ, तुसीं आप ही ठीक हो जाना जे मौसम की एलर्जी हुई तो। ਮੈਡੀਸਨ ਵੀ ਬਹੁਤੇ ਕਹਿੰਦੇ ਕਿ ਆਯੁਰਵੇਦ ਦੀ ਮੈਡੀਸਨ ਜਿਹੜੀ ਆ ਉਹ ਬਹੁਤਾ ਸਲੋ ਕੰਮ ਕਰਦੀ ਹੈ। ਜੇ ਤੁਸੀਂ ਉਹਦਾ ਫਾਸਟ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਪਰਹੇਜ਼ ਕਰੋ, ਤੁਹਾਨੂੰ 2 ਦਿਨਾਂ 'ਚ ਰਿਜ਼ਲਟ ਮਿਲ ਜਾਣੇ। ਤੁਸੀਂ ਇੱਕ ਵਾਰੀ ਸਰਜਰੀ ਕਰਾ ਲਈ ਤਾਂ ਤੁਸੀਂ ਛੁਟਕਾਰਾ ਪਾ ਲਿਆ ਉਸ ਚੀਜ਼ ਤੋਂ। ਅੱਛਾ, ਪੱਕਾ ਇਲਾਜ ਨਹੀਂ ਸਰਜਰੀ? ਸਰਜਰੀ ਪੱਕਾ ਇਲਾਜ नहीं हैगा। बहुत ज़्यादा पानी पियो, बहुत ज़्यादा पानी पियो, पानी ही पानी पी जाओ, है ना। आयुर्वेद जिहड़ा हैगा इदां दा नहीं कहंदा। ਅੱਖਾਂ ਚੋਂ ਪਾਣੀ ਨਿਕਲਦਾ ਹੈਗਾ ਜਾਂ ਛਿੱਕਾਂ ਆ ਜਾਂਦੀਆਂ ਹੈਗੀਆਂ ਜਾਂ ਸਕਿਨ 'ਚ ਕੋਈ ਰੈਸ਼ਿਜ਼ ਆ ਜਾਂਦੇ ਹੈਗੇ, ਤੇ ਇਹ ਇਹਨਾਂ ਚੀਜ਼ਾਂ ਦੇ ਲੱਛਣ ਹੈਗੇ। ਸਾਈਨਸ ਹੈਗਾ, ਇਹ ਜਿਹੜਾ ਰੋਗ ਹੈਗਾ ਕਫ ਦੇ ਵਧਣੇ ਨਾਲ ਹੁੰਦਾ। ਕਫ ਵੱਧਦਾ ਪਾਣੀ ਦੇ ਨਾਲ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਗਰੇਵਾਲ। ਅਸਥਮਾ ਅਲਰਜੀ ਸਾਡੇ ਲੋਕਾਂ ਦੇ ਵਿੱਚ ਪਾਈ ਜਾਣ ਵਾਲੀ ਆਮ ਬਿਮਾਰੀ ਆ, ਤੇ ਅਲਰਜੀ ਦੇ ਬਾਰੇ ਇੱਕ ਹੋਰ ਗੱਲ ਬੜੀ ਪ੍ਰਚਲਿਤ ਆ ਕਿ ਅਲਰਜੀ ਆਪਣੀ ਮਰਜ਼ੀ, ਭਾਵ ਅਲਰਜੀ ਜਿਹੜੀ ਆ ਆਪਣੀ ਮਰਜ਼ੀ ਦੇ ਨਾਲ ਜਾਂਦੀ ਆ। ਤੇ ਦੇਖਿਆ ਇਹ ਵੀ ਆ ਕਿ ਲੋਕ ਸਾਰੀ ਸਾਰੀ ਉਮਰ ਅਲਰਜੀ ਦੀ ਦਵਾਈ ਜਿਹੜੀ ਆ ਉਹ ਖਾਈ ਜਾਂਦੇ ਆ, ਉਹ ਖੁਦ ਤੁਰ ਜਾਂਦੇ ਆ, ਪਰ ਅਲਰਜੀ ਜਿਹੜੀ ਆ ਉਹ ਨਹੀਂ ਜਾਂਦੀ। ਇਸ ਦੇ ਬਾਰੇ ਗੱਲਬਾਤ ਅੱਜ ਕਰਾਂਗੇ। ਮੇਰੇ ਨਾਲ ਡਾਕਟਰ ਮੁਕੇਸ਼ ਸ਼ਰਦਾ ਹੋਣਗੇ। ਅਲਰਜੀ ਦੇ ਬਾਰੇ ਡੂੰਘਾਈ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਲਰਜੀ ਹੁੰਦੀ ਕੀ ਆ, ਅਲਰਜੀ ਕਿਸ ਕਾਰਨ ਕਰਕੇ ਹੁੰਦੀ ਆ, ਤੇ ਜੇ ਅਲਰਜੀ ਨੂੰ ਜੜੋਂ ਖਤਮ ਕੀਤਾ ਜਾਂਦਾ ਤਾਂ ਉਹ ਕਿਵੇਂ ਜਾਂਦਾ ਹੈ। ਸਭ ਤੋਂ ਪਹਿਲਾਂ ਮੈਡਮ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਮੈਡਮ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਹਾਂਜੀ, ਬਹੁਤ ਵਧੀਆ। ਜਿਸ ਤਰ੍ਹਾਂ ਦੇ ਨਾਲ ਮੈਂ ਅਲਰਜੀ ਦੀ ਗੱਲ ਕਰੀ ਆ, ਪਹਿਲਾਂ ਸ਼ੁਰੂਆਤ ਕਰੀਏ ਕਿ ਅਲਰਜੀ ਹੁੰਦੀ ਕਿਵੇਂ ਹੈ, ਕੀ ਹੈ? ਜਦੋਂ ਆਪਣਾ ਇਮਿਊਨ ਸਿਸਟਮ, ਜਿਹਨੂੰ ਆਪਾਂ ਕਹਿ ਦਿੰਦੇ ਨੇ ਕਿ ਆਪਣੀ ਸਰੀਰ ਦੀ ਇੱਕ ਰਕਸ਼ਾਤਮਕ ਪ੍ਰਣਾਲੀ ਹੁੰਦੀ ਹੈ ਜਿਹੜੀ ਬਾਹਰੀ এনवायरमेंट ਤੋਂ, ਬੈਕਟੀਰੀਆ, ਫੰਗਸ, ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਣੀ ਰੱਖਿਆ ਕਰਦੀ ਹੈ, ਜਦੋਂ ਉਹ ਚੀਜ਼ ਬਹੁਤ ਜ਼ਿਆਦਾ ਹੱਦ ਤੱਕ ਕੰਪਰੋਮਾਈਜ਼ਡ ਹੋ ਜਾਂਦੀ ਹੈ, ਉਹ ਆਪਣੀ ਰੱਖਿਆ ਨਹੀਂ ਕਰ ਪਾਉਂਦੀ, ਤਾਂ ਆਪਣੀ ਬਾਡੀ ਜਿਹੜੀ ਹੈਗੀ ਉਹ ਬਾਹਰ ਦੀਆਂ ਜਿੰਨੀਆਂ ਵੀ এনवायरमेंटल ਫੈਕਟਰਸ ਹੈਗੇ ਉਹ ਅਟੈਕ ਕਰਦੇ ਨੇ ਆਪਣੀ ਬਾਡੀ ਦੇ ਵਿੱਚ। ਤਾਂ ਉਹ ਜਦੋਂ ਉਹ ਸਰੀਰ ਉਸ ਚੀਜ਼ ਲਈ ਫਾਈਟ ਕਰਦਾ ਹੈਗਾ ਤਾਂ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਹੈਗਾ ਉਹ ਦੱਸਦਾ ਹੈਗਾ। ਜਿਵੇਂ ਆਪਾਂ ਕਹਿ ਦਈਏ ਕਿ ਆਪਣੀ ਅੱਖਾਂ ਚੋਂ ਪਾਣੀ ਨਿਕਲਦਾ ਹੈਗਾ ਜਾਂ ਛਿੱਕਾਂ ਆ ਜਾਂਦੀਆਂ ਹੈਗੀਆਂ ਜਾਂ ਸਕਿਨ 'ਚ ਕੋਈ ਰੈਸ਼ਿਜ਼ ਆ ਜਾਂਦੇ ਹੈਗੇ, ਤੇ ਇਹ ਇਹਨਾਂ ਚੀਜ਼ਾਂ ਦੇ ਲੱਛਣ ਹੈਗੇ। ਲੇਕਿਨ ਇਹ ਲੱਛਣ ਜਿਹੜੇ ਹੈਗੇ ਹਰ ਪੇਸ਼ੈਂਟ ਦੇ ਵੱਖਰੇ ਵੱਖਰੇ ਹੁੰਦੇ ਹੈਗੇ। ਕਿਸੇ ਨੂੰ ਕਿਸੇ ਤਰ੍ਹਾਂ ਦਾ ਰਿਐਕਸ਼ਨ ਆ ਜਾਂਦਾ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦਾ ਆ ਜਾਂਦਾ ਹੈ। ਸਾਰਿਆਂ ਨੂੰ ਇਕੁਅਲ ਐਂਡ ਸੇਮ ਰਿਐਕਸ਼ਨਸ ਨਹੀਂ ਹੁੰਦੇ ਜੀ। ਪਰ ਇਹਨਾਂ ਸਮੇਂ ਦੇ ਵਿੱਚ ਜਿਵੇਂ ਹੁਣ ਵਾਢੀ ਦੀ ਰੁੱਤ ਆ ਮੈਡਮ, ਹਨਾ, ਤਾਂ ਇਹਨਾਂ ਸਮੇਂ ਦੇ ਵਿੱਚ ਕਿਸੇ ਨੂੰ ਜਿਵੇਂ ਧੂੜ ਤੋਂ ਅਲਰਜੀ ਹੁੰਦਾ, ਇਹਨਾਂ ਸਮੇਂ ਦੇ ਵਿੱਚ ਇਹ ਜ਼ਿਆਦਾ ਹੁੰਦੀ ਹੈ, ਕੀ ਕਾਰਨ ਜੀ? ਇਹਦਾ ਕਾਰਨ ਇਹ ਹੈਗਾ ਕਿਉਂਕਿ ਇਸ ਟਾਈਮ ਇੱਕ ਤਾਂ ਮੌਸਮ ਰਿਤੂ ਪਰਿਵਰਤਨ ਵੀ ਹੋ ਰਿਹਾ ਹੁੰਦਾ ਹੈਗਾ, ਔਰ ਆਪਣੀ ਬਾਡੀ 'ਚ ਜਿੰਨਾ ਵੀ ਐਕਸੈਸ ਟੀ ਕਫ ਹੁੰਦਾ ਹੈਗਾ ਉਹ ਵੀ ਬਾਹਰ ਨੂੰ ਨਿਕਲ ਰਿਹਾ ਹੁੰਦਾ ਹੈਗਾ, ਕਿਉਂਕਿ ਆਪਾਂ ਗਰਮੀ ਦੇ ਮੌਸਮ 'ਚ ਐਂਟਰ ਕਰ ਰਹੇ ਨੇ। ਤਾਂ ਇਹਦੇ ਨਾਲ ਨਾਲ ਹੀ ਜਿੰਨਾ ਵੀ ਆਪਾਂ ਕਹਿ ਦਈਏ ਕਿ ਜਿਵੇਂ ਕਣਕ ਕੱਟ ਰਹੀ ਹੈ ਜਾਂ ਫਿਰ ਕੋਈ ਹੋਰ ਫਸਲ ਦੀ ਕਟਾਈ ਚੱਲ ਰਹੀ ਹੈ, ਉਹਦੇ ਨਾਲ ਉਹਦੇ ਜਿਹੜੇ ਪਾਰਟੀਕਲ ਹੈਗੇ ਬਹੁਤ ਬਰੀਕ ਬਰੀਕ ਜਿਵੇਂ ਪਾਊਡਰ ਵਰਗੇ ਹੋ ਜਾਂਦੇ ਨੇ, ਤਾਂ ਉਹ এনवायरमेंट 'ਚ, ਹਵਾ 'ਚ ਮੌਜੂਦ ਰਹਿੰਦੇ ਹੈਗੇ, ਤੇ ਜਦੋਂ ਆਪਾਂ ਉਹਨੂੰ ਇਨਹੇਲ ਕਰਦੇ ਨੇ, ਸਾਹ ਲੈਂਦੇ ਨੇ, ਤਾਂ ਸਾਹ ਦੇ ਰਾਹੀਂ ਉਹ ਅੰਦਰ ਚਲੇ ਜਾਂਦੇ, ਜਿਹਦੇ ਨਾਲ ਉਹ ਗਲੇ ਨੂੰ ਚੌਕ ਕਰ ਸਕਦੇ ਨੇ ਜਾਂ ਆਪਾਂ ਨੂੰ ਸਾਹ ਲੈਣੇ 'ਚ ਦਿੱਕਤ ਆ ਸਕਦੀ ਹੈ, ਗਲੇ 'ਚ ਖਰਾਸ਼ ਹੋ ਸਕਦੀ ਹੈ, ਗਲੇ 'ਚ ਬਹੁਤ ਭਾਰੀਪਨ ਹੋ ਸਕਦਾ ਹੈ, ਇਰੀਟੇਸ਼ਨ ਹੋ ਸਕਦੀ ਹੈ। ਇਹ ਸਾਰੇ ਲੱਛਣ ਉਸ ਚੀਜ਼ ਦੇ ਹੈ। ਇਹ ਜੈਨੇਟਿਕਲੀ ਵੀ ਹੁੰਦੀ ਹੈ? ਜੈਨੇਟਿਕਲੀ ਬਹੁਤ ਜ਼ਿਆਦਾ ਇਫੈਕਟ ਨਹੀਂ ਕਰਦੀ। ਹਾਂ, ਕਿਤੇ ਨਾ ਕਿਤੇ 2% ਆਪਾਂ ਕਹਿ ਸਕਦੇ ਨੇ, 2 ਜਾਂ 3% ਇਹ ਚੀਜ਼ ਹੁੰਦੀ ਹੈਗੀ, ਲੇਕਿਨ ਬਹੁਤ ਜ਼ਿਆਦਾ ਜੈਨੇਟਿਕਲੀ ਇਸ ਚੀਜ਼ ਦਾ ਪ੍ਰਭਾਵ ਨਹੀਂ ਹੁੰਦਾ ਹੈਗਾ। ਜਿਵੇਂ ਹੁਣ ਆਪਾਂ ਸਾਹ ਲੈਣ ਦੇ ਵਿੱਚ ਪ੍ਰੋਬਲਮ ਦੀ ਗੱਲ ਕਰੀ ਤਾਂ ਬਹੁਤੇ ਲੋਕ ਇਨਹੇਲਰ ਦੀ ਯੂਜ਼ ਕਰਦੇ, ਉਹ ਕਿੰਨਾ ਕੁ ਸਹੀ ਹੈ? ਦੇਖੋ, ਜਿਹੜਾ ਤੁਸੀਂ ਇਨਹੇਲਰ ਦੀ ਗੱਲ ਕਰ ਰਹੇ ਹੋ ਉਹ ਅਸਥਮਾ ਦੀ ਬਿਮਾਰੀ ਦੇ ਵਿੱਚ ਆ ਜਾਂਦਾ ਹੈਗਾ, ਉਹਨੂੰ ਆਪਾਂ ਅਸਥਮਾ ਜਾਂ ਬ੍ਰੌਂਕਾਈਟਿਸ ਇਦਾਂ ਦੇ ਨਾਂ ਲੈ ਕੇ ਆਪਾਂ ਕਹਿੰਦੇ ਹੈਗੇ। ਉਹਦੇ 'ਚ ਇਹ ਇੱਕ ਇਨਸਟੈਂਟ ਰੈਮੇਡੀ ਹੈਗੀ ਇਨਹੇਲਰ ਦਾ ਯੂਜ਼ ਕਰਨਾ। ਇਨਸਟੈਂਟ ਰੈਮੇਡੀ ਕਿਉਂਕਿ ਇਦਾਂ ਦੇ ਪੇਸ਼ੈਂਟ ਬਹੁਤ ਕ੍ਰਿਟੀਕਲ ਹੋ ਜਾਂਦੇ ਨੇ, ਔਰ ਕਦੋਂ ਕ੍ਰਿਟੀਕਲ ਹੋ ਜਾਂਦੇ ਨੇ ਆਪਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ। ਆਲ ਆਫ ਅ ਸਡਨ ਅਸਥਮੈਟਿਕ ਅਟੈਕਸ ਹੋ ਸਕਦੇ ਨੇ, ਜਾਂ ਉਹਨਾਂ ਨੂੰ ਸਾਹ ਛੱਡਣੇ 'ਚ ਦਿੱਕਤ ਆ ਸਕਦੀ ਹੈ, ਜਾਂ ਉਹ ਗੈਸਪ ਕਰਦੇ ਨੇ ਬਰੀਦਿੰਗ ਲਈ, ਜਿਵੇਂ ਮਤਲਬ ਇੱਕ ਤਰ੍ਹਾਂ ਦੇ ਉਹਨਾਂ ਦੀ ਜਾਨ ਤੇ ਬਣੀ ਹੁੰਦੀ ਹੈ, ਤਾਂ ਉਹ ਇਸ ਚੀਜ਼ ਨੂੰ ਪਰਮਾਨੈਂਟਲੀ ਅਡਾਪਟ ਕਰਦੇ ਨੇ, ਇਨਹੇਲਰ ਲੈਣਾ ਸ਼ੁਰੂ ਕਰਦੇ ਨੇ। ਦੇਖੋ, ਸਟਾਰਟਿੰਗ 'ਚ ਥੋੜ੍ਹੇ ਬਹੁਤ ਟਾਈਮ ਲੈਣੇ ਲਈ ਕੋਈ ਉਹਦੇ 'ਚ ਪਰਹੇਜ਼ ਨਹੀਂ ਹੈਗਾ, ਤੁਸੀਂ ਲੈ ਵੀ ਸਕਦੇ ਹੋ। ਲੇਕਿਨ ਜੇ ਤੁਸੀਂ ਇਹ ਸੋਚੋ ਕਿ ਤੁਸੀਂ ਆਪਣੀ ਸਾਰੀ ਲਾਈਫ ਇਸ ਚੀਜ਼ ਦੇ ਭਰੋਸੇ ਹੀ ਕੱਢ ਦੋਗੇ, ਕਿਉਂਕਿ ਆਪਾਂ ਇੱਕ ਵਾਰੀ ਤੋਂ ਸ਼ੁਰੂ ਕਰਦੇ ਨੇ, ਹੌਲੇ ਹੌਲੇ ਪੇਸ਼ੈਂਟ ਜਿਹੜੇ ਹੈਗੇ ਦਿਨ 'ਚ 4-5 ਵਾਰੀ ਤੱਕ ਵੀ ਪਹੁੰਚ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੈਗੇ। ਕਈ ਵਾਰੀ ਕਿਉਂਕਿ ਸਟੀਰੋਇਡ ਬੇਸਡ ਵੀ ਹੁੰਦੇ ਨੇ, ਕਈ ਵਾਰੀ ਨਾਨ ਸਟੀਰੋਇਡ ਬੇਸਡ ਵੀ ਹੁੰਦੇ ਨੇ, ਲੇਕਿਨ
ਜਿਹੜਾ ਇਹਨਾਂ ਦਾ ਬੇਸ ਹੈਗਾ ਉਹ ਕਿਤੇ ਨਾ ਕਿਤੇ ਸਿੰਥੈਟਿਕ ਡਰੱਗਸ ਹੀ ਹੈਗੀਆਂ, ਤਾਂ ਉਹ ਕਿਤੇ ਨਾ ਕਿਤੇ ਸਰੀਰ 'ਚ ਦੁਸ਼ਪ੍ਰਭਾਵ ਜ਼ਰੂਰ ਪਾਉਂਦੀਆਂ ਹੈ। ਪਰ ਜੇ ਲੰਬੇ ਸਮੇਂ ਲਈ ਇਹਦਾ ਯੂਜ਼ ਕੀਤਾ ਜਾਵੇ ਤਾਂ ਹਾਨੀਕਾਰਕ ਹੈ। ਬਿਲਕੁਲ, ਲੰਬੇ ਸਮੇਂ ਤੱਕ ਆਪਾਂ ਯੂਜ਼ ਕਰਾਂਗੇ ਤਾਂ ਇਹਦੇ ਜਿਹੜੇ ਹੈਗੇ ਰਿਪਰਕਸ਼ਨਸ ਉਹ ਥੋੜਾ ਆਪਾਂ ਨੂੰ ਜਿਵੇਂ ਸਾਲ 2 ਸਾਲ ਬਾਅਦ ਪਤਾ ਚੱਲਦੇ ਹੈਗੇ, ਲੇਕਿਨ ਲਾਈਫ ਡਿਪੈਂਡੈਂਟ ਹੋ ਜਾਂਦੀ ਹੈ, ਉਸ ਦੇ ਬਿਨਾਂ ਆਪਾਂ ਤੁਰ ਫਿਰ ਨਹੀਂ ਸਕਦੇ। ਅੱਛਾ, ਅਲਰਜੀ ਦੇ ਵਿੱਚ ਕਈਆਂ ਨੂੰ ਮਤਲਬ ਸ਼ਾਇਦ ਮੈਡਮ ਚਮੜੀ ਦੇ ਰੋਗਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਲਰਜੀ ਦੇ ਕਾਰਨ। ਜੀ, ਐਲਰਜੀ ਬਹੁਤ ਟਾਈਪ ਦੀ ਹੁੰਦੀ ਹੈ, ਇਹਦੀ ਵੈਰਾਈਟੀਜ਼ ਬਹੁਤ ਜ਼ਿਆਦਾ ਹੈਗੀਆਂ। ਕਈ ਵਾਰੀ ਇੱਕਦਮ ਐਲਰਜੀ ਦਾ ਅਟੈਕ ਹੋ ਜਾਂਦਾ, ਜਿਵੇਂ ਆਪਾਂ ਛਪਾਕੀ ਕਹਿ ਦਈਏ ਜਾਂ ਰੈੱਡ ਕਲਰ ਦੇ ਰੈਸ਼ਿਸ ਹੋ ਗਏ। ਲੇਕਿਨ ਜੇ ਆਪਾਂ ਉਹਨੂੰ ਸਕਿਨ ਦੀ ਬਿਮਾਰੀਆਂ ਦੇ ਅੰਤਰਗਤ ਗਿਣੀਏ ਤਾਂ ਚਮੜੀ 'ਚ ਬਹੁਤ ਤਰ੍ਹਾਂ ਦੇ ਰੋਗ ਹੈਗੇ, ਫਿਰ ਉਹਨੂੰ ਬਹੁਤ ਜ਼ਿਆਦਾ ਡਿਟੇਲ 'ਚ ਜਾ ਕੇ ਸਮਝਣਾ ਪੈਂਦਾ। ਲੇਕਿਨ ਨਾਰਮਲੀ ਕੀ ਹੁੰਦਾ ਹੈਗਾ, ਜਦੋਂ ਸ਼ੀਤ ਪਿੱਤ ਆਪਾਂ ਕਹਿ ਦਿੰਦੇ ਹੈਗੇ, ਔਰ ਇਹ ਚੀਜ਼ਾਂ ਜਦੋਂ ਵੀ ਆਪਾਂ ਕੁਝ ਸਪੈਸੀਫਿਕਲੀ ਉੱਦਾਂ ਦਾ ਖਾ ਲੈਂਦੇ ਨੇ ਜਿਹੜਾ ਆਪਾਂ ਆਪਣੀ ਬਾਡੀ ਨੂੰ ਸੂਟ ਨਹੀਂ ਕਰਦਾ, ਤਾਂ ਵੀ ਕਈ ਵਾਰੀ ਇੱਦਾਂ ਦੇ ਰਿਐਕਸ਼ਨਸ ਆ ਜਾਂਦੇ ਨੇ। ਜਿਵੇਂ ਛਪਾਕੀ ਨਾਰਮਲੀ ਉਸੇ ਕੈਟਾਗਰੀ ਦੀ ਇੱਕ ਸਟੇਜ ਹੈਗੀ ਜਿਹਨੂੰ ਆਪਾਂ ਕਹਿ ਦਿੰਦੇ ਕਣਕ ਦੀ ਚਪਾਤੀ ਬੰਦ ਕਰਨੀ ਪੈਂਦੀ ਸ਼ਾਇਦ ਬਹੁਤਿਆਂ ਨੂੰ। ਨਹੀਂ, ਇਹ ਸਾਰਿਆਂ ਲਈ ਇੱਕੋ ਜਿਹੇ ਪਰਹੇਜ਼ ਨਹੀਂ ਹੁੰਦੇ ਹੈਗੇ ਆਯੁਰਵੇਦ ਦੇ ਵਿੱਚ, ਕਿਉਂਕਿ ਕਣਕ ਦਾ ਆਟਾ ਆਪਾਂ ਦੱਸਦੇ ਹੈਗੇ ਬੰਦ ਕਰਨ ਲਈ, ਲੇਕਿਨ ਉਹ ਸਿਰਫ ਉਹਨਾਂ ਪੇਸ਼ੈਂਟਸ ਨੂੰ ਜਿਹੜੇ ਬਹੁਤ ਜ਼ਿਆਦਾ ਕ੍ਰੋਨਿਕ ਬਿਮਾਰੀਆਂ ਨਾਲ ਜੂਝ ਰਹੇ ਹੈਗੇ, ਜਿਨ੍ਹਾਂ ਨੂੰ ਬਹੁਤ ਲੰਬੇ ਅਰਸੇ ਤੋਂ, ਜਿਵੇਂ ਆਟੋਇਮਿਊਨ ਡਿਜ਼ੀਜ਼ਸ ਹੈਗੀਆਂ। ਆਟੋਇਮਿਊਨ ਡਿਜ਼ੀਜ਼ਸ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਜਿਹੜਾ ਲੀਵਰ, ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਬਹੁਤ ਹੱਦ ਤੱਕ ਕੰਪਰੋਮਾਈਜ਼ਡ ਹੋ ਗਿਆ। ਤੁਸੀਂ ਬਿਨਾਂ ਦਵਾਈਆਂ ਦੇ ਸਹਾਰੇ ਤੁਸੀਂ ਚੱਲ ਫਿਰ ਨਹੀਂ ਸਕਦੇ, ਜਾਂ ਤੁਹਾਨੂੰ ਦਿੱਕਤਾਂ ਆਉਣਗੀਆਂ ਰੋਜ਼ਮर्रा ਦੇ ਜਿਹੜੇ ਤੁਸੀਂ ਕੰਮ ਕਰ ਸਕਦੇ ਹੋ ਆਸਾਨੀ ਨਾਲ, ਉਹ ਨਹੀਂ ਕਰ ਸਕਦੇ। ਉਹਦੇ ਅੰਤਰਗਤ ਬਹੁਤ ਸਾਰੀਆਂ ਬਿਮਾਰੀਆਂ ਆ ਜਾਂਦੀਆਂ, ਜਿਵੇਂ ਗਠੀਆ ਆ ਜਾਂਦਾ ਹੈਗਾ, ਅਸਥਮਾ ਦੀ ਬਿਮਾਰੀ ਉਹਦੇ ਅੰਤਰਗਤ ਆ ਜਾਂਦੀ ਹੈਗੀ, ਚਮੜੀ ਦੀਆਂ ਬਿਮਾਰੀਆਂ ਸਪੈਸ਼ਲੀ ਸੋਰਾਇਸਿਸ ਉਹਦੇ ਅੰਤਰਗਤ ਆ ਜਾਂਦਾ। ਅੱਜ ਕੱਲ ਰੀੜ੍ਹ ਦੀ ਹੱਡੀ ਦਾ ਸਪੈਸੀਫਿਕ ਗਠੀਏ ਚੱਲੇ ਹੋਏ, ਉਹ ਉਹਨਾਂ ਬਿਮਾਰੀਆਂ ਦੇ ਅੰਤਰਗਤ ਆ ਜਾਂਦੇ ਨੇ। ਤੇ ਜਦੋਂ ਇਦਾਂ ਦੀਆਂ ਕੋਈ ਲੌਂਗ ਟਰਮ ਔਰ ਕ੍ਰੋਨਿਕ ਡਿਜ਼ੀਜ਼ਸ ਹੁੰਦੀਆਂ ਨੇ, ਉਹਨਾਂ ਚੀਜ਼ਾਂ 'ਚ ਹੀ ਆਪਾਂ ਪਰਹੇਜ਼ ਜਿਹੜੇ ਹੈਗੇ ਬਹੁਤ ਐਕਸੈਸ ਤੱਕ ਐਕਸਟ੍ਰੀਮ ਪਰਹੇਜ਼ ਉਹਨਾਂ ਨੂੰ ਕਰਨੇ ਪੈਂਦੇ ਹੈਗੇ। ਬਾਕੀ ਜਿਹੜੇ ਨੋਰਮਲ, ਜਿਵੇਂ ਤੁਸੀਂ ਛਪਾਕੀ ਦੀ ਗੱਲ ਕਰ ਰਹੇ ਹੋ ਜਾਂ ਬਾਕੀ ਆਮ ਤਰ੍ਹਾਂ ਦੀ ਜਿੰਨੀ ਵੀ ਬਿਮਾਰੀਆਂ ਹੈਗੀਆਂ, ਉਹਦੇ 'ਚ ਬਹੁਤ ਜ਼ਿਆਦਾ ਪਰਹੇਜ਼ ਨਹੀਂ ਕਰਨਾ ਪੈਂਦਾ, ਥੋੜਾ ਕਰਨਾ ਪੈਂਦਾ ਕੁਝ ਸਮੇਂ ਲਈ। ਅਲਰਜੀ ਦੀ ਗੱਲ ਕਰਦਾ, ਜੇ ਅਲਰਜੀ ਨੂੰ ਜੜੋਂ ਖਤਮ ਹੁੰਦੀ ਹੋ ਕਿ ਅਕਸਰ ਕਹਿੰਦੇ ਆ ਅਲਰਜੀ ਆਪਣੀ ਮਰਜ਼ੀ, ਕਿ ਭਈ ਇਹ ਤਾਂ ਆਪਦੀ ਮਰਜ਼ੀ ਦੇ ਨਾਲ ਜਾਂਦੀ ਹੈ ਜਾਂ ਮੌਸਮ ਦੇ ਨਾਲ ਚਲੀ ਜਾਂਦੀ ਹੈ। ਠੰਡ ਆ, ਗਰਮੀ ਆ, ਬਰਸਾਤ ਦਾ ਮੌਸਮ ਆ, ਇਹਦਾ ਜੇਕਰ ਇਲਾਜ ਦੀ ਗੱਲ ਮੈਂ ਕਰਾਂ ਤਾਂ ਜੜੋਂ ਖਤਮ ਹੋ ਸਕਦੀ ਆ। ਬਿਲਕੁਲ, ਐਲਰਜੀ ਜਿਹੜੀ ਹੈਗੀ ਬਹੁਤ ਜ਼ਿਆਦਾ ਕੋਈ ਆਪਾਂ ਕ੍ਰੋਨਿਕ ਬਿਮਾਰੀ ਦੇ ਅੰਤਰਗਤ ਇਹਨੂੰ ਨਹੀਂ ਸਮਝਦੇ ਹੈਗੇ, ਔਰ ਆਯੁਰਵੇਦ 'ਚ ਇਹਨਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਅੱਛੇ ਰਿਜ਼ਲਟਸ ਹੈਗੇ, ਕਿਉਂਕਿ ਸਾਰੀ ਨੈਚੁਰਲ ਡਰੱਗਸ ਹੁੰਦੀਆਂ ਹੈਗੀਆਂ। ਇਹਦੇ 'ਚ ਤੁਹਾਨੂੰ ਜੇ ਤੁਸੀਂ ਮੈਂ ਗੱਲ ਕਰਾਂ ਤਾਂ ਹਰਿਦਰਾ ਦੇ, ਹਲਦੀ ਦੇ ਬਹੁਤ ਅੱਛੇ ਉਪਯੋਗ ਦੇਖਣੇ 'ਚ ਮਿਲਦੇ ਹੈਗੇ, ਔਰ ਇਹ ਸਪੈਸੀਫਿਕਲੀ ਆਯੁਰਵੇਦ ਦੇ ਅੰਤਰਗਤ ਹੀ ਬਹੁਤ ਅੱਛੇ ਐਂਟੀਬਾਇਓਟਿਕਸ ਹੈਗੇ ਜਿਹਦੇ ਤੁਹਾਨੂੰ ਨੁਕਸਾਨ ਕੋਈ ਨਹੀਂ ਹੈਗੇ। ਜਿਹਦੇ ਕਿਉਂਕਿ ਨਾਰਮਲੀ ਆਪਾਂ ਕੀ ਕਰਦੇ ਨੇ, ਆਪਾਂ ਨੂੰ ਜਦੋਂ ਐਲਰਜੀ ਹੁੰਦੀ ਹੈ ਆਪਾਂ ਐਂਟੀਬਾਇਓਟਿਕਸ ਲੈ ਲੈਂਦੇ ਨੇ, ਉਹਦਾ ਕੋਰਸ ਕਰ ਲੈਂਦੇ ਨੇ, ਉਹ ਨਾਲ ਹੀ ਠੀਕ ਹੋ ਜਾਂਦੀ ਹੈ। ਲੇਕਿਨ ਜਿੰਨੇ ਵੀ ਆਪਾਂ ਐਂਟੀਬਾਇਓਟਿਕਸ ਡਰੱਗਸ ਲੈਂਦੇ ਹੈਗੇ, ਵੈਸਟਰਨ ਮੈਡੀਕੇਸ਼ਨਸ ਯੂਜ਼ ਕਰਦੇ ਹੈਗੇ, ਉਹ ਕਿਤੇ ਨਾ ਕਿਤੇ ਆਪਣੇ ਗਟ ਬੈਕਟੀਰੀਆ ਨੂੰ ਟੋਟਲੀ ਮਾਰ ਦਿੰਦੀਆਂ ਹੈਗੀਆਂ, ਟੋਟਲੀ ਵੈਨਿਸ਼ ਅਪ ਕਰ ਦਿੰਦੀਆਂ। ਇਹਦੇ ਨਾਲ ਨਾਲ ਸੈਲਸ ਵੀ ਕਾਫੀ ਪ੍ਰਭਾਵਿਤ ਹੁੰਦੀਆਂ, ਔਰ ਦੂਜੀ ਗੱਲ ਬਾਡੀ ਨੂੰ ਉਸ ਚੀਜ਼ ਦੀ ਆਦਤ ਪੈ ਜਾਂਦੀ ਹੈ। ਤੁਸੀਂ 2-4 ਵਾਰੀ ਲਓਗੇ ਤਾਂ ਤੁਹਾਨੂੰ ਸੇਮ ਐਂਟੀਬਾਇਓਟਿਕਸ ਇਕੁਅਲੀ ਇੰਪੈਕਟ ਨਹੀਂ ਕਰਨਗੇ, ਤੁਹਾਨੂੰ ਉਹਨਾਂ ਦੀ ਡੋਜ਼ ਵਧਾਣੀ ਪਏਗੀ। ਹਾਂ, ਉਹਦੀ ਜਿਹੜੀ ਵੀ ਪੋਟੈਂਸੀ ਹੈ ਉਹ ਤੁਹਾਨੂੰ ਮਿਲੀਗ੍ਰਾਮ 'ਚ ਜਾਂ ਜੋ ਵੀ ਹੈਗਾ ਉਹ ਤੁਹਾਨੂੰ ਰੇਜ਼ ਅਪ ਕਰਨੀ ਪਏਗੀ, ਕਿਉਂਕਿ ਉਹਦੇ 'ਚ ਇੱਦਾਂ ਹੁੰਦਾ ਛੋਟੀ ਤੋਂ ਸਟਾਰਟ ਕੀਤਾ, ਹੌਲੇ ਵੱਧਦੇ ਗਏ, ਔਰ ਫਾਈਨਲੀ ਇੱਦਾਂ ਦੀ ਸਟੇਜ ਵੀ ਆ ਜਾਂਦੀ ਹੈ ਕਿ ਕੋਈ ਦਵਾਈ ਵੀ ਅਸਰ ਨਹੀਂ ਕਰਦੀ। ਤੇ ਆਯੁਰਵੇਦ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਹੈਗੀਆਂ, ਉਹ ਐਂਟੀ ਹਿਸਟਾਮਾਈਨਸ ਜਿੰਨੀਆਂ ਵੀ ਡਰੱਗਸ ਹੈਗੀਆਂ ਬਹੁਤ ਨੈਚੁਰਲ ਹੈਗੀਆਂ। ਆਪਾਂ ਨਾਰਮਲੀ ਘਰਾਂ 'ਚ ਇੱਦਾਂ ਦੀਆਂ ਚੀਜ਼ਾਂ ਦੀ ਵਰਤੋਂ ਹਮੇਸ਼ਾ ਕਰਦੇ ਹੀ ਰਹਿੰਦੇ ਹੈਗੇ, ਸਦੀਆਂ ਤੋਂ ਚੱਲੀਆਂ ਆ ਰਹੀਆਂ ਨੇ। ਉਹਦੇ ਅੱਜ ਤੱਕ ਕਿਸੇ ਸਾਈਡ ਇਫੈਕਟਸ ਨਹੀਂ ਹੈਗੇ, ਨਾ ਬੱਚਿਆਂ ਨੂੰ, ਨਾ ਜਵਾਨ ਬੰਦਿਆਂ ਨੂੰ, ਨਾ ਬੁੜਿਆਂ ਨੂੰ, ਕਿਸੇ ਨੂੰ ਵੀ ਨਹੀਂ ਹੈਗੇ, ਔਰ ਇਹਦੇ ਰਿਜ਼ਲਟਸ ਇਮੀਡੀਏਟਲੀ ਦੇਖਣੇ ਨੂੰ ਮਿਲਦੇ ਨੇ, 1-2 ਦਿਨਾਂ ਦੇ ਅੰਦਰ ਤੁਹਾਨੂੰ ਦੇਖਣੇ ਨੂੰ ਮਿਲ ਜਾਂਦੇ। ਅੱਛਾ, ਐਂਟੀਬਾਇਓਟਿਕ ਇੱਕ ਤਾਂ ਫਿਰ ਇਹ ਵੀ ਚੀਜ਼ ਆ, ਉਹ ਟੈਂਪਰੇਰੀ ਜਾਂ ਪਰਮਾਨੈਂਟਲੀ ਤਾਂ ਹੈ ਨਹੀਂ? ਬਿਲਕੁਲ ਟੈਂਪਰੇਰੀ ਹੁੰਦਾ ਹੈਗਾ, ਕਿਉਂਕਿ ਜਦੋਂ ਵੀ ਥੋੜੇ ਟਾਈਮ ਬਾਅਦ ਤੁਹਾਨੂੰ ਫਿਰ ਕੋਈ ਬੈਕਟੀਰੀਅਲ ਤੁਹਾਡੀ ਬਾਡੀ 'ਚ ਐਕਟੀਵਿਟੀ ਹੋ ਜਾਏਗੀ, ਉਹ ਦੁਬਾਰਾ ਫਿਰ ਤੁਹਾਨੂੰ ਲੈਣੀ ਪੈ ਸਕਦੀ ਹੈ। ਜੜੋਂ ਇਹਨੂੰ ਫਿਰ ਆਪਾਂ ਆਯੁਰਵੇਦ ਦੇ ਨਾਲ ਖਤਮ ਕਰ ਸਕਦੇ ਹਾਂ? ਬਿਲਕੁਲ, ਕਿਉਂਕਿ ਆਯੁਰਵੇਦ 'ਚ ਕੀ ਪ੍ਰੋਸੀਜਰ ਰਹਿੰਦਾ ਉਹ ਮੈਂ ਤੁਹਾਨੂੰ ਦੱਸਦੀ ਹਾਂ। ਆਪਣੇ ਕੋਲ ਜਦੋਂ ਵੀ ਕ੍ਰੋਨਿਕ ਬਿਮਾਰੀਆਂ ਵਾਲੇ ਪੇਸ਼ੈਂਟਸ ਆਉਂਦੇ ਨੇ, ਸਾਰੇ ਤੋਂ ਪਹਿਲਾਂ ਆਪਣਾ ਜਿਹੜਾ ਲਾਈਨ ਆਫ ਟ੍ਰੀਟਮੈਂਟ ਰਹਿੰਦਾ, ਆਪਾਂ ਉਹਦੀ ਗਟ ਨੂੰ ਕਲੀਅਰ ਕਰਦੇ ਹੈਗੇ। ਸਰੀਰ ਦੇ ਵਿੱਚ ਪਹਿਲੇ ਤੋਂ ਮੌਜੂਦ ਜਿੰਨੇ ਵੀ ਟੌਕਸਿਨਸ ਹੈਗੇ, ਪਹਿਲੇ ਆਪਾਂ ਸਾਰੇ ਸਰੀਰ ਨੂੰ ਸਾਫ਼ ਕਰਾਂਗੇ, ਉਸ ਤੋਂ ਬਾਅਦ ਜਿਹੜੀ ਹੈਗੀ ਉਹਦੀ ਇਮਿਊਨਿਟੀ ਨੂੰ ਇਨਹੈਂਸ ਕਰਨ ਲਈ ਦਵਾਈਆਂ ਦੇਣਗੇ। ਇਹ ਬਹੁਤ ਅੱਛੀ ਪੈਥੀ ਹੈਗੀ ਆਯੁਰਵੇਦ, ਇਹਦੇ ਨਾਲ ਪੇਸ਼ੈਂਟ ਲੌਂਗ ਟਰਮ ਤੱਕ ਕਾਫੀ ਅੱਛਾ ਰਹਿੰਦਾ ਹੈਗਾ। ਅੱਛਾ, ਇੱਕ ਸਾਇੰਸਿਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਆ ਹੁਣ ਦੇ ਟਾਈਮ ਦੇ ਵਿੱਚ। ਮੋਸਟਲੀ ਇਹ ਵੀ ਆਖਿਆ ਜਾਂਦਾ ਕਿ ਇਹਦੇ ਜਿਹੜਾ ਇਲਾਜ ਆ ਉਹ ਸਰਜਰੀ ਆ।
ਸਾਈਨਸ ਦੇਖੋ, ਜਦੋਂ ਇਹ ਸਟਾਰਟ ਹੁੰਦਾ ਹੈਗਾ ਨਾ, ਤੁਹਾਨੂੰ ਉਦੋਂ ਹੀ ਇਸ ਚੀਜ਼ ਨੂੰ ਪਰਹੇਜ਼ ਜਿਹੜਾ ਹੈਗਾ ਉਹ ਕਰਨਾ ਚਾਹੀਦਾ, ਜਾਂ ਤੁਹਾਨੂੰ ਉਦੋਂ ਹੀ ਆਯੁਰਵੇਦ ਦੀ ਵੱਲ ਆਉਣਾ ਚਾਹੀਦਾ, ਕਿਉਂਕਿ ਇਹ ਬਿਮਾਰੀ ਮੈਂ ਦੇਖੀ ਆ ਆਪਾਂ ਛੋਟੇ ਛੋਟੇ ਬੱਚਿਆਂ 'ਚ ਅੱਜ ਕੱਲ੍ਹ ਬਹੁਤ ਜ਼ਿਆਦਾ ਡਿਵੈਲਪ ਹੋ ਰਹੀ ਹੈ। ਜਿੰਨੇ ਛੋਟੇ ਛੋਟੇ 4-5 ਸਾਲ ਦੇ ਬੱਚੇ ਹੈਗੇ ਉਸ ਤੋਂ ਲੈ ਕੇ ਟੀਨਏਜਰ ਤੱਕ, ਔਰ ਕੁਝ ਮੀਡੀਅਮ ਏਜ ਵਾਲਿਆਂ ਨੂੰ ਵੀ ਹੈਗੀ। ਉਹਦਾ ਸਾਰਿਆਂ ਤੋਂ ਵੱਡਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਹਾਂ, ਅੱਜ ਕੱਲ੍ਹ ਆਪਣਾ ਲਾਈਫ ਸਟਾਈਲ ਹੈ, ਆਪਾਂ ਏਸੀ ਦੇ ਨੀਚੇ ਰਹਿੰਦੇ ਹੈਗੇ, ਜਾਂ ਫੈਨ ਦੇ ਨੀਚੇ, ਜਾਂ ਕੂਲਰ ਦੇ ਨੀਚੇ। ਨੈਚੁਰਲ ਸਨਲਾਈਟ ਕੋਈ ਹੀ ਜਾ ਕੇ ਰਿਸੀਵ ਕਰਦਾ ਹੈਗਾ ਕਿ ਗਰਮੀ 'ਚ ਧੁੱਪ 'ਚ ਚਲਾ ਗਿਆ, ਉਹਦੇ ਨਾਲ ਕੀ ਹੈਗਾ ਬੋਡੀ 'ਚ ਇੱਕ ਤਾਂ ਬੈਕਟੀਰੀਅਲ ਐਕਟੀਵਿਟੀ ਜਿਹੜੀ ਹੈ ਉਹ ਵੱਧ ਰਹੀ ਹੈਗੀ। ਦੂਜੀ ਗੱਲ ਇਹ ਕਿ ਸਰੀਰ 'ਚ ਕਫ ਤੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਹੈਗਾ, ਔਰ ਨਾਰਮਲੀ ਅੱਜ ਕੱਲ੍ਹ ਟ੍ਰੈਂਡ ਵੀ ਇਹ ਚੱਲ ਪਿਆ ਕਿ ਬਹੁਤ ਜ਼ਿਆਦਾ ਪਾਣੀ ਪੀਓ, ਬਹੁਤ ਜ਼ਿਆਦਾ ਪਾਣੀ ਪੀਓ, ਪਾਣੀ ਹੀ ਪਾਣੀ ਪੀ ਜਾਓ, ਹੈ ਨਾ। ਆਯੁਰਵੇਦ ਜਿਹੜਾ ਹੈਗਾ ਇਦਾਂ ਦਾ ਨਹੀਂ ਕਹਿੰਦਾ। ਆਯੁਰਵੇਦ ਦੇ ਹਿਸਾਬ ਨਾਲ ਹਰ ਇਨਸਾਨ ਆਪਣੇ ਆਪ 'ਚ ਯੂਨੀਕ ਹੈਗਾ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੈਗੇ। ਔਰ ਆਪਣੇ ਆਯੁਰਵੇਦ ਦੇ ਵਿੱਚ ਕੈਲਰੀ ਵਾਲਾ ਕੋਈ ਸਿਸਟਮ ਨਹੀਂ ਹੈਗਾ ਕਿ ਇੰਨਾ ਕੈਲਰੀ ਫੂਡ ਲੈਣਾ, ਇੰਨਾ ਨਹੀਂ ਲੈਣਾ। ਉਹਦਾ ਕਾਰਨ ਇਹ ਹੈਗਾ ਤੁਹਾਡੀ ਖਾਣਾ ਪਚਾਉਣ ਦੀ क्षमता ਹੋਰ ਹੋ ਸਕਦੀ ਹੈ, ਮੇਰੀ ਹੋਰ ਹੈ। ਚਾਹੇ ਆਪਣਾ ਹਾਈਟ ਵੇਟ ਇਕੁਅਲ ਹੀ ਹੋਵੇ, ਚਾਹੇ ਦੋ ਬੰਦੇ ਇਕੁਅਲ ਹਾਈਟ ਹੈਗੀ, ਇਕੁਅਲ ਵੇਟ ਹੈਗਾ, ਲੇਕਿਨ ਤभी ਤੁਸੀਂ ਦੋਨਾਂ ਨੂੰ ਪਨੀਰ ਦਿਓ, ਇੱਕ ਨੂੰ ਜਲਦੀ ਡਾਈਜੈਸਟ ਹੋ ਜਾਏਗਾ, ਦੂਜੇ ਨੂੰ ਨਹੀਂ ਹੋਏਗਾ। ਇਹਦਾ ਮਤਲਬ ਕੀ ਹੋਇਆ ਕਿ ਤੁਹਾਡੀ ਬਾਡੀ ਦੇ ਵਿੱਚ ਹੋ ਸਕਦਾ ਕਿ ਬਾਤ ਪਿੱਤ ਕਫ ਦਾ ਇੰਬੈਲੈਂਸ ਡਿਫਰੈਂਟ ਤਰੀਕੇ ਨਾਲ ਹੋਵੇ, ਔਰ ਜਿਹੜਾ ਦੂਜਾ ਬੰਦਾ ਹੈਗਾ ਉਹਨਾਂ ਦਾ ਬਾਡੀ ਕਨਸਟੀਟਿਊਸ਼ਨ ਡਿਫਰੈਂਟ ਤਰੀਕੇ ਨਾਲ ਵਰਕ ਕਰਦਾ ਹੋਵੇ। ਇਸ ਕਰਕੇ ਜਿਹੜਾ ਸਾਈਨਸ ਹੈਗਾ, ਇਹ ਜਿਹੜਾ ਰੋਗ ਹੈਗਾ ਕਫ ਦੇ ਵਧਣੇ ਨਾਲ ਹੁੰਦਾ। ਕਫ ਵੱਧਦਾ ਪਾਣੀ ਦੇ ਨਾਲ, ਜਾਂ ਜਿੰਨੀਆਂ ਆਪਾਂ ਬਹੁਤ ਹੈਵੀ ਚੀਜ਼ਾਂ ਲੈ ਲੈਂਦੇ ਨੇ, ਦੁੱਧ ਜਾਂ ਇਦਾਂ ਦੀਆਂ ਬਣੀਆਂ ਚੀਜ਼ਾਂ, ਇਹਨਾਂ ਚੀਜ਼ਾਂ ਨਾਲ ਕਫ ਜਿਹੜਾ ਹੈਗਾ, ਜਾਂ ਬ੍ਰੈਡ ਬਿਸਕਿਟ ਲੈ ਲੈਂਦੇ ਨੇ, ਜਾਂ ਪਰਾਂਠੇ ਲੈ ਲੈਂਦੇ, ਇਹਨਾਂ ਚੀਜ਼ਾਂ ਨਾਲ ਕਫ ਜਿਹੜਾ ਹੈਗਾ ਵੱਧਦਾ ਜਾਂਦਾ ਹੈਗਾ। ਤੇ ਆਪਾਂ ਨਾਲ ਹੀ ਹੋਰ ਇਹ ਚੀਜ਼ਾਂ ਵੀ ਖਾਈ ਜਾ ਰਹੇ, ਨਾਲ ਪਾਣੀ ਵੀ ਪੀ ਜਾ ਰਹੇ, ਤਾਂ ਉਹ ਨੈਚੁਰਲੀ ਵਧੇਗਾ ਹੀ ਵਧੇਗਾ। ਹੁਣ ਕੀ ਕਰਦੇ ਨੇ, ਇਹਦੇ ਬਾਅਦ ਪੇਸ਼ੈਂਟ ਜੇ ਕਿਸੇ ਨੂੰ ਹੋ ਗਿਆ ਤਾਂ ਉਹ ਵੈਸਟਰਨ ਮੈਡੀਕੇਸ਼ਨਸ ਲੈਣਗੇ, ਉਹਦੇ ਨਾਲ ਥੋੜਾ ਜਿਹਾ ਕੀ ਹੋਏਗਾ, ਉਹ ਅੰਦਰ ਹੀ ਸੁੱਕ ਜਾਂਦਾ ਹੈ, ਡਰਾਈ ਹੋ ਜਾਂਦਾ ਹੈ। ਕਹਿੰਦੇ ਠੀਕ ਹੋ ਗਿਆ, 2-4 दिन ਤੁਸੀਂ ਹਫਤਾ ਫਿਰ ਠੀਕ ਰਹੋਗੇ, ਹਫਤੇ ਬਾਅਦ ਫਿਰ ਹੋ ਜਾਏਗਾ, ਉਸ ਤੋਂ ਬਾਅਦ ਫਿਰ ਖਾਓਗੇ ਦਵਾਈਆਂ, ਫਿਰ ਠੀਕ ਹੋ ਜਾਏਗਾ, ਦੁਬਾਰਾ ਫਿਰ ਹੋ ਜਾਏਗਾ। ਜਦੋਂ ਥੋੜਾ ਪ੍ਰੋਲੋਂਗਡ ਰਹਿ ਜਾਂਦਾ ਹੈਗਾ, ਫਿਰ ਤੁਹਾਨੂੰ ਕਾਫੀ ਜ਼ਿਆਦਾ ਨੇਜ਼ਲ ਪੋਲਿਪਸ, ਜਿਵੇਂ ਆਪਾਂ ਕਹਿ ਦਿੰਦੇ ਆ ਨੱਕ ਦੀ ਹੱਡੀ ਵਧ ਗਈ, ਮਾਸ ਵਧ ਗਿਆ, ਹੈ ਨਾ, ਗਲੇ 'ਚ ਟੌਂਸਲਸ ਹੋ ਗਏ, ਹੁਣ ਖਾਣਾ ਡਾਈਜੈਸਟ ਨਹੀਂ ਹੋ ਰਿਹਾ, ਫਿਰ ਤੁਸੀਂ ਉਦੋਂ ਆਪਰੇਸ਼ਨ ਵੱਲ ਚੱਲਦੇ ਹੋ। ਲੇਕਿਨ ਆਯੁਰਵੇਦ ਕੀ ਕਹਿੰਦਾ ਕਿ ਇਹਦਾ ਰੂਟ ਕਾਜ਼ ਤੁਹਾਡੇ ਨੱਕ 'ਚ ਨਹੀਂ ਹੈਗਾ, ਗਲੇ 'ਚ ਨਹੀਂ ਹੈਗਾ, ਇਹਦਾ ਰੂਟ ਕਾਜ਼ ਹੈਗਾ ਤੁਹਾਡਾ ਪੇਟ। ਕਿਉਂਕਿ ਜਦੋਂ ਤੁਸੀਂ ਕੁਝ ਵੀ ਖਾਓਗੇ ਔਰ ਪੇਟ ਪੂਰੀ ਤਰ੍ਹਾਂ ਉਹਨੂੰ ਡਾਈਜੈਸਟ ਨਹੀਂ ਕਰੇਗਾ, ਤੁਹਾਡਾ ਜਿਹੜਾ ਵੀ ਅੰਗ ਵੀਕ ਹੈਗਾ ਨਾ, ਉਹਦੇ 'ਚ ਵਿਕ੍ਰਿਤੀ ਆ ਜਾਣੀ ਹੈਗੀ। ਜੇ ਤੁਹਾਡੇ ਫੇਫੜੇ ਕਮਜ਼ੋਰ ਹੈਗੇ, ਜਾਂ ਤੁਹਾਨੂੰ ਮੈਕਸਿਲਰੀ ਪਾਰਟਸ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈਗੇ, ਤਾਂ ਤੁਹਾਨੂੰ ਰੇਸ਼ਾ ਬਲਗਮ ਹੋ ਸਕਦਾ, ਤੁਹਾਨੂੰ ਅਸਥਮਾ ਹੋ ਸਕਦਾ ਉਹੀ ਜਿੰਨਾ ਦੂਸ਼ਿਤ ਪਦਾਰਥ ਹੋਣ, ਜਾਂ ਅਨਡਾਈਜੈਸਟਡ ਮਟੀਰੀਅਲ ਹੋਵੇ, ਉਹ ਘੁੰਮਦਾ ਬਲੱਡ ਦੇ ਨਾਲ ਘੁੰਮਦਾ ਉਹ ਤੁਹਾਡੀ ਸਕਿਨ 'ਚ ਹੀ ਆ ਜਾਏ। ਜੇ ਸਕਿਨ 'ਚ ਹੀ ਆ ਜਾਏਗਾ, ਚਮੜੀ ਦੇ ਰੋਗ ਹੋ ਜਾਣਗੇ। ਜੇ ਉਹੀ ਤੁਹਾਨੂੰ ਪ੍ਰੋਬਲਮ ਜਿਹੜੀ ਹੈਗੀ ਘੁੰਮਦੇ ਤੁਹਾਡੇ ਹੱਡੀਆਂ ਜਿਹੜੀਆਂ ਹੁੰਦੀਆਂ, ਛੋਟੇ ਜੋੜ, ਉਹਨਾਂ 'ਚ ਖਾਲੀ ਸਪੇਸ ਹੁੰਦੀ ਹੈ, ਖਾਲੀ ਹੁੰਦੀ ਹੈ ਅੰਦਰੋਂ। ਤੇ ਜਦੋਂ ਇਦਾਂ ਦੇ ਇਹ ਹੁੰਦਾ ਰੇਸ਼ਾ ਬਲਗਮ ਟਾਈਪ 'ਚ, ਆਮ ਜਿਹਨੂੰ ਆਪਾਂ ਆਯੁਰਵੈਦਿਕ ਭਾਸ਼ਾ 'ਚ ਕਹਿ ਦਿੰਦੇ ਨੇ, ਉਹਦੇ ਨਾਲ ਇਹ ਖੂਨ ਦੇ ਰਾਹੀਂ ਟਰੈਵਲ ਕਰਦੀ ਰਹਿੰਦੀ ਹੈ, ਤੇ ਜਿਹੜੇ ਆਪਣੇ ਛੋਟੇ ਜੋੜ ਹੈਗੇ ਉੱਥੇ ਜਗ੍ਹਾ ਖਾਲੀ ਹੁੰਦੀ ਹੈ, ਤੇ ਉੱਥੇ ਜਾ ਕੇ ਚਿਪਕ ਜਾਂਦੀ ਹੈ ਉਹਦੀਆਂ ਦੀਵਾਰਾਂ ਨਾਲ, ਤੇ ਇਹਨੂੰ ਆਪਾਂ ਗਠੀਆ ਕਹਿ ਦਿੰਦੇ ਨੇ। ਮਤਲਬ ਅਕੋਰਡਿੰਗ ਟੂ ਆਯੁਰਵੇਦ ਜਿਹੜਾ ਹੈਗਾ, ਜਿੰਨਾ ਵੀ ਆਪਾਂ ਖਾਣਾ ਖਾਂਦੇ ਨੇ, ਆਪਾਂ ਸਾਰਿਆਂ ਤੋਂ ਪਹਿਲਾਂ ਕਿਸੇ ਵੀ ਬਿਮਾਰੀ ਦੀ ਚਿਕਿਤਸਾ ਕਰਾਂਗੇ, ਆਪਾਂ ਪੇਟ ਦਾ ਕੰਸੈਪਟ ਸਾਰਿਆਂ ਤੋਂ ਪਹਿਲਾਂ ਲੈਂਦੇ ਹੈਗੇ, ਕਿਉਂਕਿ ਰੂਟ ਕਾਜ਼ ਜਿਹੜਾ ਹੈਗਾ ਪੇਟ ਹੀ ਹੈਗਾ। ਤਾਂ ਸ਼ੁਰੂਆਤ ਦੇ ਵਿੱਚ ਜੇ ਪਤਾ ਲੱਗੇ ਤਾਂ ਤੁਹਾਨੂੰ ਉਦੋਂ ਹੀ ਡਾਕਟਰ ਦੇ ਕੋਲੇ ਆਉਣਾ ਲਾਜ਼ਮੀ ਹੈ। ਬਿਲਕੁਲ ਕਿਉਂਕਿ ਜੇ ਬਾਅਦ ਦੇ ਵਿੱਚ ਆਉਂਗੇ ਤਾਂ ਫਿਰ ਕੰਮ ਵੱਧ ਜਾਣਾ, ਫਿਰ ਸਰਜਰੀ ਤੱਕ ਗੱਲ ਫੇਰ ਹੀ ਪਹੁੰਚਦੀ ਆ। ਬਿਲਕੁਲ। ਔਰ ਤੁਸੀਂ ਸਰਜਰੀ ਇਹ ਵੀ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ ਸਰਜਰੀ ਕਰਾ ਲਈ ਤਾਂ ਤੁਸੀਂ ਛੁਟਕਾਰਾ ਪਾ ਲਿਆ ਉਸ ਚੀਜ਼ ਤੋਂ। ਅੱਛਾ, ਪੱਕਾ ਇਲਾਜ ਨਹੀਂ ਸਰਜਰੀ? ਸਰਜਰੀ ਪੱਕਾ ਇਲਾਜ ਨਹੀਂ ਹੈਗਾ। ਤੁਸੀਂ ਕਿੰਨੀ ਵਾਰੀ ਸੁਣਿਆ ਕਿ ਬਵਾਸੀਰ ਕਿਸੇ ਨੂੰ ਹੋਈ ਔਰ ਉਹਨਾਂ ਨੇ ਆਪਰੇਸ਼ਨ ਕਰਾ ਲਿਆ? ਬਿਲਕੁਲ। ਕਿਆ ਇਦਾਂ ਦੇ ਕੋਈ ਪੇਸ਼ੈਂਟ ਹੈਗੇ ਜਿਹਨੇ ਇੱਕ ਵਾਰੀ ਆਪਰੇਸ਼ਨ ਕਰਾ ਲਿਆ, ਉਹਨੂੰ ਮੁੜ ਕੇ ਹੋਈ ਨਹੀਂ ਦੁਬਾਰਾ? ਨਹੀਂ ਹੁੰਦਾ ਇਦਾਂ, ਕਿਉਂਕਿ ਕਾਰਨ ਕੁਝ ਹੋਰ ਹੈਗਾ, ਆਪਾਂ ਚਿਕਿਤਸਾ ਕਿਸੇ ਹੋਰ ਚੀਜ਼ ਦੀ ਕਰ ਰਹੇ ਨੇ, ਹੈ ਨਾ। ਤੁਹਾਨੂੰ ਸਾਹ ਲੈਣੇ 'ਚ ਦਿੱਕਤ ਆਈ, ਤੁਹਾਨੂੰ ਹੋ ਸਕਦਾ ਤੁਹਾਡੇ ਟੌਨਸਿਲਸ ਆਪਰੇਟ ਹੋ ਗਏ, ਹੈ ਨਾ। ਕੀ ਹੋਇਆ? ਤੁਸੀਂ ਖਾਣਾ ਪੀਣਾ ਆਪਾਂ ਸਹੀ ਨਹੀਂ ਖਾਦਾ, ਗਲੇ ਦੇ ਟੌਨਸਿਲਸ ਜਿਹੜੇ ਹੈਗੇ ਸਵੈਲ ਹੋ ਗਏ, ਬਹੁਤ ਜ਼ਿਆਦਾ ਹੋ ਗਏ। ਹੁਣ ਨਹੀਂ ਕੁਝ ਖਾਇਆ ਜਾ ਰਿਹਾ, ਡਾਕਟਰਸ ਨੇ ਐਡਵਾਈਸ ਕਰਤਾ ਸਰਜਰੀ ਕਰਾ ਲਓ। ਸਰਜਰੀ ਤੁਸੀਂ ਕਰਾ ਲਈ, ਤੁਸੀਂ ਥੋੜੇ ਟਾਈਮ ਠੀਕ ਰਹੋਗੇ, ਦੁਬਾਰਾ ਖਾਣਾ ਪੀਣਾ ਤਾਂ ਉਹੀ ਹੈਗਾ, ਉਹੀ ਚੀਜ਼ ਤੁਸੀਂ ਖਾ ਰਹੇ ਹੋ, ਉਹ ਦੁਬਾਰਾ ਸਵੈਲ ਹੋ ਜਾਣਗੇ, ਤਾਂ ਤੁਸੀਂ ਉਸ ਚੀਜ਼ ਨੂੰ ਕਿੰਨੀ ਵਾਰੀ ਆਪਰੇਟ ਕਰਾਓਗੇ? ਇਦਾਂ ਹੀ ਸਾਈਨਸ ਦੇ ਆਪਰੇਟਸ ਦੇ ਨਾਲ ਹੈਗਾ। ਇਦਾਂ ਹੀ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਕਿ ਕਿਸੇ ਨੂੰ ਸਾਈਨਸ ਸੀ ਤੇ ਉਹਨੇ ਆਪਣਾ ਨੱਕ ਦਾ ਆਪਰੇਟ ਕਰਾ ਲਿਆ, ਕਿ ਹੱਡੀ ਵਧੀ ਸੀ, ਮਾਸ ਵਧਿਆ ਸੀ, ਉਹਨੇ ਆਪਰੇਟ ਕਰਾ ਲਿਆ, ਪਰ ਉਹ ਫਿਰ ਹੋ ਜਾਂਦਾ ਹੈਗਾ। ਇਹਦਾ ਪਰਮਾਨੈਂਟ ਸੋਲਿਊਸ਼ਨ ਨਹੀਂ ਹੈਗਾ ਕਿ ਤੁਸੀਂ ਇਹ
ਸੋਚੋ ਕਿ ਅੱਜ ਮੈਂ ਇੱਕ ਵਾਰੀ ਆਪਰੇਸ਼ਨ ਕਰਾ ਲਿਆ ਮੇਰੀ ਜਾਨ ਛੁੱਟ ਗਈ, ਇਦਾਂ ਨਹੀਂ ਹੋਣਾ ਹੈਗਾ। ਉਹ ਰੀਅਕਰੈਂਸ ਹੁੰਦੀ ਹੈ ਉਸ ਚੀਜ਼ ਦੀ, ਬਾਰ-ਬਾਰ ਹੋਏਗੀ। ਜੇ ਆਪਾਂ ਮੈਡੀਸਨ ਦੀ ਗੱਲ ਕਰੀਏ, ਚਾਹੇ ਅਸਥਮਾ ਦੀ, ਐਲਰਜੀ ਦੀ, ਮੈਡੀਸਨ ਦੀ ਗੱਲ ਕਰੀਏ, ਕਿ ਜਿਸ ਤਰ੍ਹਾਂ ਦੇ ਨਾਲ ਕਹਿੰਦੇ ਕਿ ਸਾਰੀ ਉਮਰ ਮੈਡੀਸਨ ਭਾਈ ਦੀ ਖਾਣੀ ਪੈਂਦੀ ਹੈ, ਆਯੁਰਵੇਦ ਦੇ ਵਿੱਚ ਵੀ ਇਸ ਤਰ੍ਹਾਂ ਮੈਡੀਸਨ ਸਾਰੀ ਉਮਰ ਹੀ ਖਾਣੀ ਪੈਂਦੀ ਹੈ? ਨਹੀਂ, ਆਯੁਰਵੇਦ 'ਚ ਇਦਾਂ ਨਹੀਂ ਹੈਗਾ। ਹਾਂ, ਕੋਈ ਐਕਸੈਪਸ਼ਨਲ ਬਿਮਾਰੀ ਇਦਾਂ ਦੀ ਹੋ ਸਕਦੀ ਹੈ ਜਿਹੜੀ ਬਹੁਤ ਹੀ ਕ੍ਰੋਨਿਕ ਬਿਮਾਰੀ ਹੈਗੀ, ਜਿਵੇਂ ਆਪਾਂ ਕਹਿ ਦਈਏ ਕਿ 25 ਸਾਲ ਤੋਂ ਕਿਸੇ ਨੂੰ ਅਸਥਮਾ ਹੈ। ਕੁਝ ਪੇਸ਼ੈਂਟ ਤਾਂ ਇਦਾਂ ਜਿਹੜੇ ਕਹਿ ਦਿੰਦੇ ਨੇ ਆਪਾਂ ਤਾਂ ਜਦੋਂ ਦੇ ਜੰਮੇ ਆਪਾਂ ਨੂੰ ਉਦੋਂ ਦਾ ਹੀ ਹੈਗਾ, 30-40 ਸਾਲ ਪੁਰਾਣਾ ਹੈ। ਫਿਰ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈਗਾ ਪੂਰੀ ਤਰ੍ਹਾਂ ਠੀਕ ਹੋਣੇ ਨੂੰ, ਕਿ ਮਤਲਬ ਉਹਨਾਂ ਦੀ ਸਾਰੀਆਂ ਦਵਾਈਆਂ ਛੁੱਟ ਜਾਣ, ਆਯੁਰਵੈਦਿਕ ਵੀ ਛੁੱਟ ਜਾਣ, ਕਿਸੇ ਟਾਈਮ ਤੇ ਆ ਕੇ ਛੁੱਟ ਜਾਂਦੀਆਂ ਨੇ, ਲੇਕਿਨ ਸਮੇਂ ਬਹੁਤ ਜ਼ਿਆਦਾ ਲੱਗਦਾ। ਤਾਂ ਹੀ ਮੈਂ ਤੁਹਾਨੂੰ ਐਡਵਾਈਸ ਕਰ ਰਹੀ ਹਾਂ ਨਾ ਕਿ ਜੇ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਤੁਸੀਂ ਉਦੋਂ ਕਿਉਂ ਨਹੀਂ ਆਯੁਰਵੇਦ 'ਚ ਆ ਜਾਂਦੇ ਹੋ, ਤੁਸੀਂ ਲਾਸਟ ਟਾਈਮ 'ਚ ਹੀ ਕਿਉਂ ਆਉਂਦੇ ਹੋ? ਹੁਣ ਮੈਂ ਤੁਹਾਨੂੰ ਇੱਕ ਰੀਸੈਂਟ ਕੇਸ ਦੱਸਦੀ ਹੈਗੀ, ਆਪਣੇ 4 ਦਿਨ ਸ਼ਾਇਦ ਪਹਿਲੇ ਦੀ ਗੱਲ ਹੈਗੀ। ਇੱਕ ਪੇਸ਼ੈਂਟ ਜਿਹੜਾ ਸੀ ਉਹਨੂੰ ਲੀਵਰ ਫੇਲੀਅਰ ਦਾ ਕੇਸ ਜੀ, ਠੀਕ ਹੈ, ਲੀਵਰ ਫੇਲ ਹੋ ਗਿਆ ਉਹਦਾ ਪੂਰੀ ਤਰ੍ਹਾਂ ਤੋਂ ਕੰਪਲੀਟ। 2-4 ਸਾਲਾਂ ਤੋਂ ਪਤਾ ਚੱਲਿਆ ਉਹਨਾਂ ਇਲਾਜ ਕਰਾ ਰਹੇ ਸੀ ਤੇ ਸਾਰਾ ਕੁਝ ਹੋ ਗਿਆ, ਤੇ ਹੁਣ ਉਹ ਹਸਪੀਟਲ ਤੋਂ ਐਡਮਿਟ ਡਿਸਚਾਰਜ ਹੋ ਕੇ ਆ ਗਏ। ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਘਰ ਲੈ ਜਾਓ, ਉੱਥੇ ਹੀ ਤੁਹਾਨੂੰ ਥੋੜਾ ਟਾਈਮ ਵੇਟ ਕਰਨਾ ਪੈਣਾ ਪੇਸ਼ੈਂਟ ਦਾ। ਤੇ ਉਦੋਂ ਉਹਦੇ ਪੇਸ਼ੈਂਟ ਜਾਂ ਉਹਨਾਂ ਦੇ ਰਿਲੇਟਿਵ ਜਾਂ ਫੈਮਿਲੀ ਮੈਂਬਰਸ ਉਦੋਂ ਹੱਥ ਪੈਰ ਮਾਰ ਰਹੇ ਨੇ, ਉਦੋਂ ਪੁੱਛ ਰਹੇ ਨੇ ਕਿ ਆਯੁਰਵੇਦ 'ਚ ਇਲਾਜ ਹੈ। ਹੁਣ ਤੁਸੀਂ ਇਹ ਦੱਸੋ, ਇੱਕ ਪੇਸ਼ੈਂਟ ਆਲਮੋਸਟ ਬੈੱਡ 'ਚ ਪਿਆ ਹੋਇਆ, ਪਤਾ ਨਹੀਂ ਕਿ ਉਹਦੇ ਕਦੋਂ ਸਾਹ ਪੂਰੇ ਹੋ ਜਾਣੇ, ਤਾਂ ਹੁਣ ਆਯੁਰਵੇਦ ਉਦੋਂ ਚਮਤਕਾਰ ਕਰ ਦੇਗਾ? ਮਤਲਬ ਲਾਸਟ ਸਟੇਜ 'ਚ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੁਸੀਂ ਉਦੋਂ ਕਿਉਂ ਨਹੀਂ ਆਯੁਰਵੇਦ ਨੂੰ ਅਪਣਾ ਲੈਂਦੇ ਹੋ? ਠੀਕ ਹੈ, ਮੇਰੇ ਬੋਲਣੇ ਦਾ ਪਰਪਸ ਇਹ ਹੈਗਾ, ਚਾਹੇ ਬਿਮਾਰੀ ਬਿਲਕੁਲ ਛੋਟੀ ਹੈ ਤਾਂ ਉਹ ਬਹੁਤ ਆਸਾਨ ਹੈ ਟ੍ਰੀਟ ਕਰਨਾ, ਬਹੁਤ ਇਮੀਡੀਏਟਲੀ ਠੀਕ ਹੋ ਜਾਂਦੀ ਹੈ ਔਰ ਬਿਨਾਂ ਕਿਸੇ ਸਾਈਡ ਇਫੈਕਟਸ ਤੋਂ ਹੋ ਜਾਂਦੀ ਹੈ। ਜਦੋਂ ਬਿਮਾਰੀ ਬਹੁਤ ਵੱਡੀ ਹੋ ਗਈ ਫਿਰ ਉਹਨੂੰ ਠੀਕ ਕਰਨੇ 'ਚ ਬਹੁਤ ਸਮੇਂ ਲੱਗਦਾ ਹੈ। ਔਰ ਨੋਰਮਲੀ ਆਪਣੇ ਕੋਲ ਜਿੰਨੇ ਅਸਥਮਾ ਦੇ ਕੇਸਿਸ ਆਉਂਦੇ ਨੇ, ਰੇਸ਼ਾ, ਬਲਗਮ, ਛਿੱਕਾਂ, ਨਜ਼ਲਾ, ਖਾਂਸੀ, ਜ਼ੁਕਾਮ, ਜ਼ਿਆਦਾ ਤੋਂ ਜ਼ਿਆਦਾ ਮਹੀਨੇ 2 ਮਹੀਨਿਆਂ 'ਚ ਪੇਸ਼ੈਂਟ ਵੈਸੇ ਤਾਂ ਬਿਲਕੁਲ ਠੀਕ ਹੋ ਜਾਂਦਾ। ਕੋਈ ਕ੍ਰੋਨਿਕ ਪੇਸ਼ੈਂਟ ਹੋਵੇ ਜਿਹਨੂੰ 5-7 ਮਹੀਨੇ ਦਵਾਈ ਚੱਲ ਜਾਂਦੀ ਹੈ। ਬਾਕੀ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਹੈ, ਹਰ ਪੇਸ਼ੈਂਟ ਇੱਕੋ ਜਿਹਾ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਚ ਪੇਸ਼ੈਂਟ ਨੂੰ ਇੱਕ ਬਿਮਾਰੀ ਨਹੀਂ ਹੈਗੀ। ਜੇ ਤੁਸੀਂ ਕਹਿ ਦਿਓ ਕਿ ਕਿਸੇ ਨੂੰ ਸਿਰਫ ਇਕੱਲਾ ਅਸਥਮਾ ਹੀ ਹੈਗਾ, ਇੱਦਾਂ ਨਹੀਂ ਹੁੰਦਾ। ਉਹਨੂੰ ਅਸਥਮਾ ਵੀ ਹੈਗਾ, ਉਹਨੂੰ BP ਵੀ ਹੈਗਾ, ਉਹਨੂੰ ਸ਼ੂਗਰ ਵੀ ਹੈਗੀ, ਹੋਰ ਉਹਨੂੰ ਪਤਾ ਨਹੀਂ ਕੀ ਹੈ, ਕਿੰਨੀਆਂ ਦਵਾਈਆਂ ਉਹ ਸਾਰੀਆਂ ਖਾਣੇ। ਫਿਰ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਉਹਦੇ ਅਨੁਸਾਰ ਦਵਾਈ ਦੇਣੀ ਪੈਂਦੀ ਹੈ। ਇਹ ਚੀਜ਼ ਨਹੀਂ ਹੁੰਦੀ ਆਪਣੇ 'ਚ, ਇੱਦਾਂ ਦੀ ਪਾਰਟੀਸ਼ਨਸ ਨਹੀਂ ਹੁੰਦੀ ਕਿ ਆਪਾਂ ਤਾਂ ਸਿਰਫ ਅਸਥਮਾ ਹੀ ਠੀਕ ਕਰਨਾ, ਉਹ ਚੀਜ਼ ਨਹੀਂ ਹੁੰਦੀ। ਸਰੀਰ ਜਿਹੜਾ ਹੈਗਾ, ਹਿਊਮਨ ਬੋਡੀ ਇੱਕ ਪ੍ਰੋਪਰਲੀ ਆਰਗੇਨਾਈਜ਼ਡ ਸਿਸਟਮ ਹੈਗਾ। ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ। ਤੇ ਤੁਹਾਨੂੰ ਜਦੋਂ ਆਪਣੇ ਕੋਲ ਆਯੁਰਵੇਦ 'ਚ ਪੇਸ਼ੈਂਟ ਆਏਗਾ ਤਾਂ ਉਹਨੂੰ ਲਾਈਨ ਆਫ ਟ੍ਰੀਟਮੈਂਟ ਕੰਪਲੀਟ ਹੀ ਰਹੇਗਾ, ਉਹਨੂੰ ਪਾਰਟੀਕੂਲਰਲੀ ਸਪੈਸੀਫਿਕ ਏਰੀਆ ਨੂੰ ਟਾਰਗੇਟ ਕਰਕੇ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ। ਤੁਸੀਂ ਮੈਡੀਸਨ ਦੀ ਗੱਲ ਕਰੀਏ, ਮੈਡੀਸਨ ਵੀ ਬਹੁਤੇ ਕਹਿੰਦੇ ਕਿ ਆਯੁਰਵੇਦ ਦੀ ਮੈਡੀਸਨ ਜਿਹੜੀ ਆ ਉਹ ਬਹੁਤਾ ਸਲੋ ਕੰਮ ਕਰਦੀ ਹੈ, ਬਹੁਤਾ ਫਾਸਟ ਨਹੀਂ, ਬਹੁਤ ਹੀ ਸਲੋ ਕੰਮ ਕਰਦੀ ਹੈ। ਜੇ ਤੁਸੀਂ ਉਹਦਾ ਫਾਸਟ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਪਰਹੇਜ਼ ਕਰੋ, ਤੁਹਾਨੂੰ 2 ਦਿਨਾਂ 'ਚ ਰਿਜ਼ਲਟ ਮਿਲ ਜਾਣੇ। ਪਰਹੇਜ਼ ਭਾਵ ਖੁਰਾਕ ਦਾ? ਪਰਹੇਜ਼ ਦਾ ਮਤਲਬ ਕਿ ਕੰਟਰਾਇੰਡੀਕੇਟਰੀ ਕੀ ਹੈਗਾ? ਜੇ ਤੁਹਾਨੂੰ ਰੇਸ਼ਾ, ਬਲਗਮ, ਨਜ਼ਲਾ ਨੱਕ 'ਚ ਡਿੱਗਦਾ, ਗਲੇ 'ਚ ਡਿੱਗਦਾ ਅੰਦਰ, ਤਾਂ ਉਹਦਾ ਪਰਹੇਜ਼ ਹੈਗਾ ਦੁੱਧ ਤੋਂ ਦੁੱਧ ਦੀਆਂ ਬੜੀਆਂ ਚੀਜ਼ਾਂ ਬੰਦ ਕਰਨੀਆਂ, ਪਨੀਰ, ਦਹੀਂ, ਲੱਸੀ ਬੰਦ ਕਰਨਾ ਹੈਗਾ। ਇਹ ਭਾਰੀ ਖਾਣਾ ਜਿਹੜਾ ਹੈਗਾ, ਪਰਾਂਠੇ ਹੋ ਗਏ, ਇਹ ਚੀਜ਼ਾਂ ਬੰਦ ਕਰਨੀਆਂ। ਜੇ ਤੁਸੀਂ ਕਰੋਗੇ ਤਾਂ ਤੁਹਾਨੂੰ 2 ਦਿਨਾਂ 'ਚ ਕਿੰਨਾ ਸਮਾਂ ਬੰਦ ਕਰਨਾ ਹੈ? ਜਿੰਨਾ ਸਮਾਂ ਮੈਡੀਸਨ ਚੱਲਦੀ ਹੈ? ਹਾਂ, ਜਿੰਨਾ ਟਾਈਮ ਮੈਡੀਸਨ ਚੱਲਦੀ ਹੈਗੀ। ਜੇ ਤੁਸੀਂ ਉੱਦਾਂ ਦੀ ਫੂਡ ਪ੍ਰੀਕਾਸ਼ਨਸ ਲੈ ਲਓਗੇ ਤਾਂ ਤੁਸੀਂ ਛੇਤੀ ਠੀਕ ਹੋ ਜਾਓਗੇ। ਅੱਛਾ, ਅੱਗੇ ਇਹ ਵੀ ਹੈ ਕਿ ਮੈਡੀਸਨ ਜਿਹੜੀਆਂ ਨੇ ਗਰਮ ਵੀ ਹੁੰਦੀਆਂ ਨੇ? ਨੈਚੁਰਲੀ ਹੁਣ ਅਸਥਮਾ ਦੇ ਪੇਸ਼ੈਂਟ ਨੂੰ ਗਰਮੀ ਦਵਾਈ ਦੇਣੀ ਪਏਗੀ। ਜੇ ਅਸਥਮਾ ਦੇ ਪੇਸ਼ੈਂਟ ਨੂੰ ਠੰਡੀ ਦਵਾਈ ਦੇਵਾਂਗੇ ਉਹਨੂੰ ਤਾਂ ਅਟੈਕ ਆ ਜਾਣਾ। ਅਸਥਮਾ ਦੇ ਪੇਸ਼ੈਂਟ ਨੂੰ ਕਿੱਦਾਂ ਦੇ ਦੇਵਾਂਗੇ ਠੰਡੀ ਦਵਾਈ? ਨਹੀਂ ਦੇ ਸਕਦੇ, ਕਿਉਂਕਿ ਉਹਨੂੰ ਪ੍ਰੋਬਲਮ ਹੀ ਕਫ ਤੇ ਬਾਤ ਦੀ ਹੈਗੀ। ਠੀਕ ਹੈ, ਜੇ ਉਹਨੂੰ ਕਫ ਤੇ ਬਾਤ ਨੂੰ ਦੂਰ ਕਰਨਾ ਹੈ, ਕਫ ਦਾ ਮਤਲਬ ਕਿਤੇ ਨਾ ਕਿਤੇ ਰੇਸ਼ਾ ਬਲਗਮ ਬਣਿਆ ਹੋਇਆ, ਜੇ ਉਹਨੂੰ ਪਿਘਲਾਣਾ ਹੈ ਤਾਂ ਤੁਸੀਂ ਕਿਵੇਂ ਪਿਘਲਾਓਗੇ? ਗਰਮ ਚੀਜ਼ ਦੇ ਕੇ ਪਿਘਲਾਓਗੇ। ਠੀਕ ਹੈ, ਬਾਤ ਬਣਿਆ ਹੋਇਆ ਮਤਲਬ ਕਿਤੇ ਨਾ ਕਿਤੇ ਬਲੌਕ ਹੋਈ ਹੈ। ਆਪਾਂ ਕਹਿ ਦਿੰਦੇ ਹਾਂ ਆਮ ਭਾਸ਼ਾ 'ਚ ਕਿ ਏਅਰ, ਕਿਤੇ ਨਾ ਏਅਰ ਦੇ ਬਬਲ ਬਣ ਗਏ, ਗੈਸ ਦੇ ਬੁਲਬੁਲੇ ਬਣ ਗਏ। ਜੇ ਉਹਨੂੰ ਠੀਕ ਕਰਨਾ ਨੈਚੁਰਲੀ ਤੁਹਾਨੂੰ ਭਾਰੀ ਤੇ ਗਰਮ ਚੀਜ਼ ਦੇਣੀ ਪੈਣੀ ਹੈ। ਤੁਸੀਂ ਠੰਡੀ ਚੀਜ਼ ਦਿਓਗੇ, ਮੈਂ ਤੁਹਾਨੂੰ ਕਹਿ ਦਾਂ ਅਸਥਮਾ ਦਾ ਪੇਸ਼ੈਂਟ ਤੁਸੀਂ ਫ੍ਰਿਜ ਦਾ 1 ਗਲਾਸ ਠੰਡਾ ਪਾਣੀ ਪੀ ਲੋਗੇ? ਨਹੀਂ, ਇਦਾਂ ਨਹੀਂ ਹੁੰਦਾ। ਅੱਛਾ, ਜਿਹੜੀ ਮੌਸਮ ਦੀ ਐਲਰਜੀ ਜਿਹੜੀ ਹੁੰਦੀ ਹੈ, ਇਹ ਵੀ ਪੂਰੀ ਤਰ੍ਹਾਂ ਦੇ ਨਾਲ ਠੀਕ ਹੁੰਦੀ ਹੈ ਆਯੁਰਵੇਦ ਦੇ ਵਿੱਚ ਹੈ? ਹਾਂ, ਬਿਲਕੁਲ। ਦੇਖੋ, ਪਹਿਲੀ ਗੱਲ ਤਾਂ ਇਹ ਜਿਹੜੀ ਮੌਸਮੀ ਐਲਰਜੀ ਹੁੰਦੀ ਹੈ, ਸੀਜ਼ਨਲ ਐਲਰਜੀ ਹੈ। ਜੇ ਤੁਸੀਂ ਬਿਲਕੁਲ ਹੈਲਦੀ ਹੋ ਔਰ ਮੌਸਮ ਬਦਲਿਆ, ਇਹ ਨੋਰਮਲੀ ਸਾਰਿਆਂ ਨੂੰ ਹੀ ਹੋਣੀ ਹੁੰਦੀ ਹੈਗੀ। ਜੇ ਤੁਹਾਨੂੰ 2 ਦਿਨ ਹੋਈ, ਤੀਜੇ ਦਿਨ ਠੀਕ ਹੋ ਗਈ, ਤੁਹਾਨੂੰ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ। ਨਾ ਆਯੁਰਵੇਦ, ਨਾ ਹੋਮਿਓਪੈਥਿਕ, ਨਾ ਵੈਸਟਰਨ, ਕਿਤੇ ਦਵਾਈ ਲਈ ਨਾ ਜਾਓ, ਕਿਉਂਕਿ ਇਹ ਸਰੀਰ ਦਾ ਆਪਣੀ ਰਕਸ਼ਾਤਮਕ ਪ੍ਰਣਾਲੀ ਹੈ। ਜਿਹੜਾ ਬਾਹਰ ਤੋਂ ਕੋਈ ਵੀ ਡਸਟ ਪਾਰਟੀਕਲ ਜਾਂ ਐਟਮੋਸਫੇਅਰ ਚੇਂਜ ਹੋਇਆ, ਆਪਣਾ ਸਰੀਰ ਉਸ ਚੀਜ਼ ਲਈ ਪ੍ਰਤੀਕਿਰਿਆ ਦਿਖਾ ਰਿਹਾ। ਠੀਕ ਹੈ, ਕਿ ਆਪਣੀ ਬਾਡੀ ਐਕਟਿਵ ਹੈਗੀ, ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਸ ਚੀਜ਼ ਨੂੰ ਐਜ਼ ਇਟ ਇਜ਼ ਐਕਸੈਪਟ ਕਰ ਲਓ ਔਰ 2 ਦਿਨਾਂ ਲਈ ਕੁਝ ਨਾ ਕਰੋ, ਸਿਰਫ ਭਾਫ ਲੈ ਲਓ, ਗਰਾਰੇ ਕਰ ਲਓ ਔਰ ਖਾਣੇ ਪੀਣੇ 'ਚ ਬਿਲਕੁਲ ਹਲਕਾ ਫੁਲਕਾ ਖਾਣਾ
ਨਾ ਖਾਓ, ਤੁਸੀਂ ਆਪ ਹੀ ਠੀਕ ਹੋ ਜਾਣਾ ਜੇ ਮੌਸਮ ਦੀ ਐਲਰਜੀ ਹੋਈ ਤਾਂ। ਜੇ ਤੁਹਾਨੂੰ ਉਹ ਹਫਤੇ ਤੋਂ ਜ਼ਿਆਦਾ ਪਰਸਿਸਟ ਕਰਦੀ ਹੈ ਫਿਰ ਤੁਸੀਂ ਡੈਫੀਨੇਟਲੀ ਦਵਾਈ ਲਈ ਪ੍ਰੋਸੀਡ ਕਰੋ, ਬਟ ਨਾਰਮਲੀ ਇੰਨਾ ਕਰੀ ਪੇਸ਼ੈਂਟ 2-3 ਦਿਨਾਂ 'ਚ ਹੀ ਆਪ ਹੀ ਠੀਕ ਹੋ ਜਾਂਦੇ ਨੇ। ਅੱਛਾ, ਅਕਸਰ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਵੀ ਦੇਖਿਆ ਗਿਆ, ਬਜ਼ੁਰਗ ਅਕਸਰ ਨਾ ਖੰਘਦੇ ਰਹਿੰਦੇ ਆ ਤੇ ਅਸੀਂ ਸ਼ਾਇਦ ਉਹਨੂੰ ਇਗਨੋਰ ਕਰ ਦਿੰਦੇ ਆ ਕਿ ਯਾਰ ਚਲੋ ਕੋਈ ਨਹੀਂ, ਤਾਂ ਉਦਾਂ ਹੀ ਹੈ, ਜਾਂ ਆਪਾਂ ਕਹਿੰਦੇ ਨੇ ਕਿ ਉਮਰ ਹੋ ਗਈ ਵੀ ਹੁਣ ਤਾਂ ਥੋੜੀ ਮੋਟੀ ਖਾਂਸੀ ਜਿਹੜੀ ਰਹਿੰਦੀ ਹੈ ਖਾਣ ਪੀਣ ਦੇ ਨਾਲ, ਉਹਦਾ ਮੁੱਖ ਕਾਰਨ ਕੀ ਰਹਿੰਦਾ ਹੈ? ਦੇਖੋ, ਜਦੋਂ ਬੁਢਾਪਾ ਆ ਜਾਂਦਾ ਹੈਗਾ, ਬੁਢਾਪੇ 'ਚ ਬਾਤ ਵਿਕਰਿਤ ਹੋ ਜਾਂਦਾ ਹੈ। ਬਾਤ ਵਿਕਰਿਤ ਹੋਏਗਾ ਤਾਂ ਨਾਲ ਦੇ ਨਾਲ ਕਫ ਦੀ ਡੋਮੀਨੈਂਸਿੰਗ ਵੀ ਰਹਿੰਦੀ ਹੈਗੀ, ਕਿਉਂਕਿ ਬਜ਼ੁਰਗ ਜਿਹੜੇ ਹੈਗੇ ਯੰਗਸਟਰਸ ਦੇ ਕੰਪੈਰੀਟਿਵਲੀ ਉਹਨਾਂ ਦਾ ਜਿਹੜਾ ਸ਼ਾਰੀਰਿਕ ਪ੍ਰਤੀਕਿਰਿਆ ਹੈਗੀ, ਤੁਰਨਾ ਫਿਰਨਾ ਕੰਮ ਕਰਨਾ, ਉਹ ਅੱਧਾ ਰਹਿ ਜਾਂਦਾ ਹੈਗਾ। ਲੇਕਿਨ ਖਾਣਾ ਨਹੀਂ ਉਹ ਘਟਾਉਂਦੇ ਹੈਗੇ ਆਪਣੀ ਏਜ ਦੇ ਅਕੋਰਡਿੰਗ। ਖਾਣਾ ਉਹ ਉਹੀ ਖਾ ਰਹੇ ਨੇ ਜਿਹੜੇ 20-25 ਸਾਲ ਪਹਿਲਾਂ ਖਾ ਰਹੇ ਸੀ, ਤਾਂ ਉਹ ਚੀਜ਼ ਕਿਤੇ ਨਾ ਕਿਤੇ ਹਿੰਡਰੈਂਸ ਬਣਦੀ ਹੈਗੀ। ਔਰ ਜਿਹੜੀ ਜੇ ਬੁਢਾਪੇ ਲਈ ਸਾਰੇ ਤੋਂ ਵਧੀਆ ਚੀਜ਼ ਹੈ ਗਾਂ ਦਾ ਘਿਓ, ਅੱਜ ਕੱਲ੍ਹ ਕੋਈ ਵੀ ਨਹੀਂ ਖਾਂਦਾ। ਉਹਨਾਂ ਨੂੰ ਇਹ ਡਰ ਰਹਿੰਦਾ ਆਪਾਂ ਨੂੰ BP ਨਾ ਹੋ ਜਾਏ, ਆਪਾਂ ਨੂੰ ਅਟੈਕ ਨਾ ਹੋ ਜਾਏ, ਆਪਾਂ ਨੂੰ ਕੁਛ ਨਾ ਹੋ ਜਾਏ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥੋੜਾ ਸਮਝਣਾ ਪਏਗਾ। ਤੁਸੀਂ ਜ਼ਿਆਦਾ ਨਹੀਂ, ਤੁਸੀਂ ਸਿਰਫ 50 ਸਾਲ ਪਿਛਲੇ ਆਪਣੇ ਬਜ਼ੁਰਗਾਂ ਨੂੰ ਹੀ ਦੇਖ ਲਓ, ਉਹ ਤਾਂ ਘਿਓ ਖਾਂਦੇ ਸੀ, ਗੁੜ ਖਾਂਦੇ ਸੀ, ਸ਼ੱਕਰ ਖਾਂਦੇ ਸੀ, ਤੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਆਈ, ਤੁਹਾਨੂੰ ਕਿਵੇਂ ਆ ਸਕਦੀ ਹੈ? ਤਾਂ ਥੋੜਾ ਜਿਹਾ ਤੁਸੀਂ ਉਸ ਚੀਜ਼ ਨੂੰ ਸਮਝਣੇ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਗਾਂ ਦਾ ਘਿਓ ਥੋੜਾ ਬਹੁਤ ਵਰਤੋਗੇ, 1-2 ਚਮਚ ਦਿਨ ਨਾਲ ਕੁਝ ਨਹੀਂ ਹੁੰਦਾ, ਕੋਈ ਅਟੈਕ ਨਹੀਂ ਆਉਂਦਾ, ਕੋਈ BP ਨਹੀਂ ਵਧੇਗਾ। 1-2 ਚਮਚ ਆਪਾਂ ਜਿਸ ਤਰ੍ਹਾਂ ਕਿਸੇ ਤਰ੍ਹਾਂ ਵੀ ਲੈ ਸਕਦੇ, ਦਾਲ ਦੇ ਵਿੱਚ ਪਾ ਕੇ ਕਿਸ ਤਰ੍ਹਾਂ ਵੀ ਲੈ ਸਕਦੇ। ਹਾਂ, ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਪਰਪਸ ਲਈ ਲੈਣਾ ਚਾਹੁੰਦੇ ਹੋ। ਜੇ ਤੁਸੀਂ ਹੈਲਥ ਬਣਾਉਣੀ ਹੈ, weight ਵਧਾਉਣਾ ਹੈ, ਤਾਂ ਤੁਸੀਂ ਉਹਨੂੰ ਰੋਟੀ ਦੇ ਨਾਲ, ਦਾਲ ਸਬਜ਼ੀ 'ਚ, ਜਿਸ ਮਰਜ਼ੀ 'ਚ ਪਾ ਕੇ ਪੀ ਲਓ। ਜੇ ਤੁਸੀਂ ਬਿਮਾਰ ਹੋ, ਤੁਸੀਂ ਉਸ ਚੀਜ਼ ਨੂੰ ਠੀਕ ਕਰਨਾ ਹੈ, ਫਿਰ ਇਹਦਾ ਲੈਣੇ ਦਾ ਤਰੀਕਾ ਚੇਂਜ ਹੋ ਜਾਂਦਾ ਹੈ। ਫਿਰ ਤੁਸੀਂ 1 ਗਲਾਸ ਕੱਪ ਗਰਮ ਪਾਣੀ ਕਰੋ, ਉਹਦੇ 'ਚ 1 ਚਮਚ ਪਾ ਕੇ, ਜਿਵੇਂ ਚਾਹ ਪੀਂਦੇ ਨੇ ਉੱਦਾਂ ਪੀ ਲਓ। 1 ਚੁਟਕੀ ਸੇਂਦਾ ਨਮਕ ਪਾ ਲਓ, ਉਹਦੇ ਨਾਲ ਬਹੁਤ ਅੱਛੇ ਰਿਜ਼ਲਟਸ ਮਿਲਦੇ ਨੇ, ਕਿਉਂਕਿ ਅੰਤਾਂ ਨੂੰ ਲੁਬਰੀਕੇਸ਼ਨ ਮਿਲ ਜਾਂਦੀ ਹੈ। ਉਹਦੇ ਨਾਲ ਨਾ ਤੁਹਾਨੂੰ ਕਬਜ਼ ਹੋਏਗੀ, ਨਾ ਐਸਿਡਿਟੀ, ਨਾ ਗੈਸ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਏਗੀ। ਸਰੀਰ ਬਿਲਕੁਲ ਠੀਕ ਰਹੇਗਾ। ਬੁਢਾਪੇ 'ਚ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਤਿਲਾਂ ਦੇ ਤੇਲ ਨਾਲ ਥੋੜੀ ਜਿਹੀ ਮਾਲਿਸ਼ ਕਰ ਲਿਆ ਕਰੋ। ਆਪ ਹੀ ਧੁੱਪ 'ਚ ਬਹਿ ਗਏ, ਧੁੱਪ ਸੇਕੀ, ਬਹੁਤ ਅੱਛਾ ਟ੍ਰੀਟਮੈਂਟ ਹੈਗਾ। ਇਟਸੈਲਫ ਆਪਣੇ ਆਪ 'ਚ ਸਨ ਬੇਥਿੰਗ ਜਿਹੜੀ ਹੈਗੀ ਬਹੁਤ ਹੀ ਵਧੀਆ ਟ੍ਰੀਟਮੈਂਟ ਹੈਗਾ ਪੂਰੀ ਧਰਤੀ ਦੇ ਉੱਪਰ। ਜੇ ਤੁਸੀਂ ਕੁਝ ਨਹੀਂ ਕਰਨਾ ਚਾਹੁੰਦੇ, ਤੁਸੀਂ ਕਹਿੰਦੇ ਹੋ ਕਿ ਸਾਡੇ ਪੈਸੇ ਵੀ ਨਾ ਲੱਗਣ, ਆਪਾਂ ਬਿਲਕੁਲ ਸਵਸਥ ਹੋ ਜਾਣ, ਤੁਸੀਂ 1 ਘੰਟਾ ਧੁੱਪ 'ਚ ਬੈਠੋ, ਉਸ ਤੋਂ ਤੁਸੀਂ ਬਿਲਕੁਲ ਠੀਕ ਹੋ ਜਾਣਾ, ਤੁਹਾਨੂੰ ਕੋਈ ਦਿੱਕਤ ਨਹੀਂ ਰਹੇਗੀ। ਅੱਛਾ, ਬਜ਼ੁਰਗ ਏਜ ਦੇ ਵਿੱਚ ਹੋਰ ਕਿਹੜੀਆਂ ਜਿਹੜੀ ਖੁਰਾਕ ਦੇ ਵਿੱਚ ਕਿਹੜੀਆਂ ਚੀਜ਼ਾਂ ਐਡ ਆਨ ਕਰਨੀਆਂ ਪੈਂਦੀਆਂ ਨੇ? ਐਡ ਆਨ ਤੁਹਾਨੂੰ ਕਰਨਾ ਚਾਹੀਦਾ ਬੁਢਾਪੇ 'ਚ ਬਹੁਤ ਜ਼ਰੂਰੀ ਹੈ ਤਿਲਾਂ ਦਾ ਤੇਲ। ਜੇ ਤੁਸੀਂ ਸਰੋਂ ਦੇ ਤੇਲ ਨੂੰ ਵੀ ਬਦਲ ਕੇ ਤਿਲਾਂ ਦਾ ਤੇਲ ਯੂਜ਼ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ। ਗਾਂ ਦਾ ਘਿਓ ਯੂਜ਼ ਕਰ ਸਕਦੇ ਹੋ। ਹਲਕਾ ਫੁਲਕਾ ਖਾਣਾ ਕਰ ਲਓ, ਪਰਾਂਠੇ ਛੱਡ ਦਿਓ, ਉਹਦੀ ਜਗ੍ਹਾ ਜਿਵੇਂ ਥੋੜਾ ਜਿਹਾ ਦਲੀਆ, ਖਿਚੜੀ, ਜੌਂ, ਬਾਜਰਾ, ਰਾਗੀ, ਕੋਦਰਾ, ਲੇਕਿਨ ਅਨਾਜ ਦੀ ਮਾਤਰਾ ਥੋੜੀ ਘੱਟ, ਫਰੂਟ ਥੋੜਾ ਜਿਹਾ ਜ਼ਿਆਦਾ, ਕਿਉਂਕਿ ਫਰੂਟ ਪਚਣੇ 'ਚ ਬਹੁਤ ਜ਼ਿਆਦਾ ਲਾਈਟ ਹੁੰਦੇ ਹੈਗੇ, ਆਧੇ ਘੰਟੇ 'ਚ ਪਚ ਜਾਂਦੇ ਨੇ। ਔਰ ਜਿਹੜਾ ਅਨਾਜ ਹੈਗਾ ਇਹਨੂੰ ਤਾਂ 7-8 ਘੰਟੇ, 15 ਘੰਟੇ, 16 ਘੰਟੇ ਵੀ ਲੱਗ ਜਾਂਦੇ ਨੇ ਪਚਣੇ 'ਚ। ਇਸ ਕਰਕੇ ਬਿਲਕੁਲ ਹਲਕਾ ਖਾਣਾ, ਜਿਹੜਾ ਜੇ ਬਹੁਤ ਫਾਸਟ ਤੋਂ ਫਾਸਟ ਪਚ ਜਾਏ, ਉਹ ਤੁਹਾਡੇ ਲਈ ਬਹੁਤ ਵਧੀਆ ਹੈਗਾ। ਹਾਲਾਂਕਿ ਤੋਰਾ ਫੇਰਾ ਤਾਂ ਹਰ ਕਸਰਤ ਜਿਹੜੀ ਹਰ ਉਮਰ ਦੇ ਵਿੱਚ ਜ਼ਰੂਰੀ ਹੈ, ਪਰ ਜਦੋਂ ਇਸ ਉਮਰ ਦੇ ਵਿੱਚ ਬੰਦਾ ਜਾਂਦਾ ਉਦੋਂ ਵੀ ਕਸਰਤ ਸਵੇਰ ਸ਼ਾਮ ਦੀ ਜ਼ਰੂਰੀ ਹੈ। ਹਾਂ, ਸਵੇਰੇ ਸ਼ਾਮ ਤੁਸੀਂ ਜ਼ਿਆਦਾ ਨਹੀਂ ਹੋ ਸਕਦੀ, ਹਲਕੇ ਫੁਲਕੇ ਵਿਆਮ ਕਰੋ, ਸੈਰ ਕਰੋ, ਥੋੜੀ ਦੇਰ ਧੁੱਪ 'ਚ ਬੈਠੋ, ਇਹ ਬਹੁਤ ਜ਼ਰੂਰੀ ਹੈਗਾ। ਇਹਦੇ ਨਾਲ ਸਰੀਰ ਜਿਹੜਾ ਹੈਗਾ ਪੂਰੀ ਤਰ੍ਹਾਂ ਤੋਂ ਚੱਲਦਾ ਫਿਰਦਾ ਰਹਿੰਦਾ ਹੈ। ਜੀ ਮੈਡਮ, ਸਾਡੇ ਸਰੋਤਾਂ ਦੇ ਲਈ ਸੁਨੇਹਾ ਕੀ ਰਹੂਗਾ ਜਿਹੜੇ ਇਹਨਾਂ ਬਿਮਾਰੀਆਂ ਤੋਂ ਖਾਸ ਕਰ ਪੀੜਤ ਨੇ? ਅਸਥਮਾ ਦੀ ਗੱਲ ਕਰੀਏ, ਐਲਰਜੀ ਦੀ ਗੱਲ ਕਰੀਏ, ਇਹਨਾਂ ਬਿਮਾਰੀਆਂ ਤੋਂ ਪੀੜਤ ਨੇ। ਦੇਖੋ, ਜਿਨ੍ਹਾਂ ਨੂੰ ਵੀ ਅਸਥਮਾ ਹੈਗਾ, ਰੇਸ਼ਾ ਹੈਗਾ, ਬਲਗਮ, ਖਾਂਸੀ ਜ਼ੁਕਾਮ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈਗੀ, ਮੇਰੀ ਰਿਕੁਐਸਟ ਤੁਹਾਨੂੰ ਇਹ ਹੈਗੀ ਕਿ ਆਯੁਰਵੇਦ ਨੂੰ ਲਾਸਟ ਦੀ ਆਪਸ਼ਨ ਨਾ ਸਮਝੋ। ਜਦੋਂ ਵੀ ਤੁਹਾਨੂੰ ਸਟਾਰਟ ਹੁੰਦੀ ਹੈ, ਤੁਸੀਂ ਉਦੋਂ ਹੀ ਆਯੁਰਵੇਦ 'ਚ ਆ ਜਾਓ। ਜਦੋਂ ਤੁਸੀਂ ਉਦੋਂ ਹੀ ਇਸ ਚੀਜ਼ ਨੂੰ, ਟ੍ਰੀਟਮੈਂਟ ਨੂੰ ਅਪਣਾ ਲਓਗੇ, ਤੁਸੀਂ ਬਹੁਤ ਛੇਤੀ ਠੀਕ ਹੋ ਜਾਓਗੇ। ਦੂਜੀ ਗੱਲ ਇਹ ਕਿ ਆਯੁਰਵੇਦ ਨਾਲ ਇਹ ਬਿਮਾਰੀ ਤਾਂ ਠੀਕ ਹੋਏਗੀ, ਤੁਹਾਡਾ ਆਪ ਦਾ ਸਵਾਸਥ ਸਾਰਾ ਬਿਲਕੁਲ ਠੀਕ ਹੋ ਜਾਏਗਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਯੁਰਵੇਦ ਪੇਟ ਦੀ ਚਿਕਿਤਸਾ ਤਾਂ ਪਹਿਲਾਂ ਕਰੇਗਾ ਹੀ ਕਰੇਗਾ, ਚਾਹੇ ਤੁਸੀਂ ਕਹੋ ਚਾਹੇ ਨਾ ਕਹੋ, ਉਹ ਆਪਾਂ ਟ੍ਰੀਟਮੈਂਟ ਪੇਟ ਦਾ ਕਰਨਾ ਹੀ ਹੈ। ਤਾਂ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਬਾਡੀ 'ਚ ਟੌਕਸਿਨਸ ਸਾਰੇ ਨਿਕਲ ਜਾਣਗੇ ਔਰ ਤੁਸੀਂ ਬਿਲਕੁਲ ਹੈਲਦੀ ਰਹੋਗੇ ਕਾਫੀ ਆने ਵਾਲੇ ਸਮੇਂ ਲਈ, ਔਰ ਤੁਹਾਨੂੰ ਕਿਸੇ ਵੀ ਮੈਡੀਸਿਨ 'ਚ ਡਿਪੈਂਡੈਂਸੀ ਨਹੀਂ ਰਹੇਗੀ। ਲੇਕਿਨ ਜੇ ਫਿਰ ਵੀ ਡਿਊ ਟੂ ਐਨੀ ਰੀਜ਼ਨ ਕਾਫੀ ਪੇਸ਼ੈਂਟਾਂ ਨੂੰ ਮੇ ਵੀ ਨਹੀਂ ਪਤਾ ਹੋਏਗਾ, ਪਹਿਲਾਂ ਉਹਨਾਂ ਨੇ ਨਹੀਂ ਯੂਜ਼ ਕੀਤਾ, ਤਾਂ ਹੁਣ ਵੀ ਜੇ ਤੁਸੀਂ ਕਰੋਨਿਕ ਬਿਮਾਰੀਆਂ ਲਈ, ਜਿਹੜੇ ਲੰਬੇ ਸਮੇਂ ਤੋਂ ਬਿਮਾਰੀਆਂ ਹੈਗੀਆਂ, ਜੇ ਉਹਦੇ ਲਈ ਤੁਸੀਂ ਰੇਸ਼ਾ, ਬਲਗਮ, ਅਸਥਮਾ ਜਾਂ ਸਕਿਨ ਦੀ ਪ੍ਰੋਬਲਮ ਜਾਂ ਛਪਾਕੀ ਜਿਹਨੂੰ ਕਹਿ ਦਈਏ, ਐਲਰਜੀ ਕਹਿ ਦਈਏ ਸਕਿਨ ਦੀ, ਇਹਨਾਂ ਚੀਜ਼ਾਂ ਲਈ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਮੈਡੀਸਨ ਟ੍ਰੀਟਮੈਂਟ ਲੈਂਦੇ ਹੋ ਤਾਂ ਤੁਹਾਡੇ ਲਈ ਜ਼ਿਆਦਾ ਵਧੀਆ। ਐਟਲੀਸਟ ਤੁਸੀਂ 1-2 ਮਹੀਨੇ ਆ ਕੇ ਆਯੁਰਵੇਦ ਜ਼ਰੂਰ ਟਰਾਈ ਕਰੋ, ਤੁਸੀਂ ਦੇਖੋ ਤਾਂ ਸਹੀ ਕਿ ਆਯੁਰਵੇਦ ਕੰਮ ਕਿਵੇਂ ਕਰਦਾ ਹੈਗਾ, ਹੈ ਨਾ? ਤੁਹਾਨੂੰ ਰਿਜ਼ਲਟ ਬਹੁਤ ਅੱਛੇ ਮਿਲਣਗੇ ਇਸ ਤਰ੍ਹਾਂ। ਜੀ ਮੈਡਮ, ਤੁਸੀਂ ਕੀਮਤੀ ਸਮੇਂ 'ਚ ਸਮਝਤਾ ਬੜੀ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਥੈਂਕ ਯੂ, ਧੰਨਵਾਦ। ਸੋ ਮੇਰੇ ਨਾਲ ਡਾਕਟਰ ਮੁਕੇਸ਼ ਸ਼ਰਦਾ ਆਯੁਰਵੇਦ ਤੁਸੀਂ ਤੇ ਸ਼ਰਦਾ ਆਯੁਰਵੇਦ ਦਾ ਸੰਪਰਕ ਨੰਬਰ ਇਸ ਵੇਲੇ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।